कि you cannot expect solutions to your problems from those who created them कि जिन्हां ने समस्यावां पैदा कीतियां ते उन्हां कोल हल किवें ਲੱਭ ਸਕਦੇ हो। सो अज ये सोचना कि कांग्रेस भला कर दूगी, अकाली भला कर देंगे, भाजपा भला कर दूगी, ये मूत चो मच्छियां पालन वाली गल है। ये सिर्फ झोटियां दे घरों लस्सी पालन वाली गल हैगी। केंद्र नूं दे के राजस्थान ते दिल्ली नूं जा रही है, सानूं सिरां 'च कोले दी सुआह पा के 9 रुपए यूनिट बिजली सानूं दवाई जा रही हैगी है। इत्थों दे लोक स्थानक हाकमां कोलों, चाहे हाकम अकाली होण जिहड़े समझौते करके गए, चाहे हाकम कांग्रेसी होण जिन्हां समझौते रद्द नहीं हुण तक कीते हैगे है। वायदा करके ऐसे रद्द करांगे जिहड़े शर्मनाक समझौते है, पंजाब विरोधी लोक विरोधी समझौते हैगे है। सो पंजाब दे लोकां नूं ये मंग करनी चाहिदी है कि सानूं ते तुसीं सानूं वादा करो कि तुसीं पंजाब दे हक्कां दी जोरदार आवाज़ बुलंद करोगे। साडी खेतरी पार्टियां ही सरंडर हो चुकियां ने, गठजोड़ कर लेंदियां ने केंद्र सरकार नाल, फिर कित्थों आस ही कदन आऊगी। अपने आप ਨੂੰ ਆਤਮਸਾਤ ਵੀ ਕੀਤਾ। ਭਾਰਤੀ ਸੰਘ ਚ ਆਪਣੇ ਰਾਜਾਂ ਦੇ ਵਾਧਤ ਕਰਨ ਦੀ ਮੰਗ ਸੀਗੀ, ਉਹਨੂੰ ਤਲਾਂਜਲੀ ਦਿੱਤੀ ਹੈ, ਛੱਡਿਆ ਹੈਗਾ ਔਰ ਕੇਂਦਰ ਅੱਗੇ ਨਤਮਸਤਕ ਹੋਈਆਂ, ਗੋਡਿਆਂ ਭਰ ਹੋਈਆਂ ਹੈਗੀਆਂ। ਜੋ ਪੈਸੇ ਦੀ ਭੁੱਖ ਇਹਨਾਂ ਨੇ ਦਿਖਾਈ ਹੈ ਸਥਾਨਕ ਖੇਤਰੀ ਲੀਡਰਾਂ ਨੇ, ਉਹ ਬਾਕੀਆਂ ਨੂੰ ਵੀ ਮਾਤ ਪਾ ਗਏ ਨੇ। ਮਤਲਬ ਇੰਨੇ ਪੈਸੇ ਦੇ ਅੰਬਾਰ ਲਾਏ ਨੇ, ਉਹ ਆਪਣੇ ਰਾਜ ਨੂੰ ਲੁੱਟ ਕੇ ਪੁੱਟ ਕੇ ਲੁੱਟ ਸੁੱਟ ਕੇ ਮਾਫੀਆ ਰਾਜ ਕਾਇਮ ਕਰਕੇ। ਕਿਉਂ ਸੁਖਪਾਲ ਸਿੰਘ ਖਹਿਰਾ ਖੁਦ ਮੁਖਤਿਆਰੀ ਲੈ ਕੇ ਦੇ ਦੇਣਗੇ ਲੋਕਾਂ ਨੂੰ, ਜੋ ਲੋਕਾਂ ਦੇ ਅੱਖਾਂ ਵਿੱਚ ਚਮਕ ਦਿਖਾਈ ਸੀ? ਨਹੀਂ ਬਿਲਕੁਲ ਨਹੀਂ। ਦੇਖੋ ਸੁਖਪਾਲ ਸਿੰਘ ਖਹਿਰਾ ਨੇ ਜੋ ਇੱਕ ਸਿਆਸੀ ਸਮਝੌਤਾ ਕੀਤਾ ਹੈਗਾ, ਉਹ ਆਪਣੀ ਸਿਆਸੀ ਹੋਂਦ ਨੂੰ ਬਚਾਉਣ ਵਾਸਤੇ ਕੀਤਾ ਹੈਗਾ। ਤੁਸੀਂ ਤਾਂ ਬੜੀ ਆਸਾਨੀ ਨਾਲ ਕਹਿ ਦਿੱਤਾ ਹੁਣ ਵੀ ਠੀਕ ਹੈ ਉਹ ਜਾ ਸਕਦੇ ਨੇ, ਪਰ ਲੋਕਾਂ ਦਾ ਕੀ ਹੈ? ਦੇਖੋ ਖਹਿਰਾ ਸਾਹਿਬ ਦੇ ਜਾਣ ਨਾਲ ਜੋ ਇੱਕ ਬਹੁਤ ਵੱਡਾ ਨੁਕਸਾਨ ਹੋਇਆ ਕਿ ਲੋਕਾਂ ਦਾ ਸਿਆਸੀ ਲੀਡਰਾਂ ਤੇ ਜੋ ਨਿੱਚਾ ਹੈਗਾ, ਵਿਸ਼ਵਾਸ ਹੈਗਾ, ਉਹ ਤਿੜਕਿਆ ਹੈਗਾ। ਪਿਛਲੇ 15 ਸਾਲ ਤੋਂ ਕਦੇ ਇੱਕ, ਕਦੇ ਦੂਜੇ, ਕਦੇ ਤੀਜੇ, ਕਦੇ ਚੌਥੇ ਬਦਲ ਦੇ ਤੌਰ ਤੇ ਇੱਕ ਤੀਜਾ ਬਦਲ ਕਿਆਸਿਆ, ਉਹਦੇ ਵਾਸਤੇ ਕੰਮ ਕੀਤਾ, ਮਿਹਨਤ ਕੀਤੀ, ਪੈਸੇ ਵੀ ਲਾਏ, ਜੁੱਤੀਆਂ ਵੀ ਖਿਲਾਈਆਂ ਹੈਗੀਆਂ, ਪਰ ਵੱਧ ਕਿਸਮ ਦੇ ਲੋਕਾਂ ਦੀ ਜਿਹੜੀ ਕੋਸ਼ਿਸ਼ਾਂ ਸੀ ਉਹਨੂੰ ਬੂਰ ਨਹੀਂ ਪਿਆ। ਕਿ ਬੀਐਸਪੀ ਦਾ ਸਮਝੌਤਾ ਅਕਾਲੀ ਦਲ ਨਾਲ ਜੋ ਦਲਿਤ ਨੇ ਪੰਜਾਬ ਦੇ, ਸਮੱਸਿਆਵਾਂ ਹੱਲ ਹੋ ਜਾਣਗੀਆਂ? ਕਿ ਸਮੱਸਿਆ ਹੱਲ ਹੋ ਜੂਗੀ ਇਹਦੇ ਨਾਲ? ਜਦੋਂ ਸਿੱਖਾਂ ਦੇ ਕਤਲੇਆਮ ਹੋਇਆ ਹੈਗਾ, ਉਸ ਵੇਲੇ ਦੇਸ਼ ਦਾ ਜੋ ਰਾਸ਼ਟਰਪਤੀ ਸੀਗਾ ਗਿਆਨੀ ਜੈਲ ਸਿੰਘ ਸੀਗਾ। ਕਿਹਨੂੰ ਨਹੀਂ ਪਤਾ ਜਦੋਂ ਗੁਜਰਾਤ ਦੰਗੇ ਹੋਏ, 2000 ਮੁਸਲਮਾਨਾਂ ਨੂੰ ਕੋਹ ਕੇ ਮਾਰਿਆ ਗਿਆ, ਦੇਸ਼ ਦਾ ਰਾਸ਼ਟਰਪਤੀ ਉਸ ਵੇਲੇ ਅਬਦੁਲ ਕਲਾਮ ਸਾਹਿਬ ਸੀਗੇ। ਕਿਹਨੂੰ ਨਹੀਂ ਪਤਾ ਕਿ ਜਦ 19 ਵਿੱਚ ਪਿਛਲੇ 5-4 ਸਾਲ ਪਹਿਲਾਂ ਨੰਗੇ ਕਰਕੇ ਦਲਤਾਂ ਦੇ ਕੁੱਟ ਕੇ ਲਾਸਾਂ ਪਾਈਆਂ ਹੈਗੀਆਂ ਸਵਰਨ ਜਾਤਾਂ ਨੇ, ਉਦੋਂ ਦੇਸ਼ ਦਾ ਰਾਸ਼ਟਰਪਤੀ ਕੌਣ ਸੀ? ਕੋਵਿੰਦ ਸੀਗਾ, ਮਿਸਟਰ ਕੋਵਿੰਦ, ਜਿਹੜੇ ਅੱਜ ਕੱਲ੍ਹ ਰਾਸ਼ਟਰਪਤੀ ਹੈਗੇ। ਸੋ ਉੱਚੇ ਅਹੁਦਿਆਂ ਦੇ ਕਿਸੇ ਦਲਿਤ ਨੂੰ ਬਿਠਾ ਦੇਣਾ ਜਾਂ ਕਿਸੇ ਦਲਿਤ ਪਾਰਟੀ ਨਾਲ ਉਹਦੇ ਵੋਟ ਬੈਂਕ ਵਾਸਤੇ ਆਰਜੀ ਸਮਝੌਤੇ ਕਰ ਲੈਣੇ, ਇਹਨਾਂ ਦਲਿਤ ਭਰਾਵਾਂ ਦਾ ਬਿਲਕੁਲ ਕਲਿਆਣ ਨਹੀਂ ਹੋਣਾ। 10 ਸਾਲ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ, ਉਹਨਾਂ ਨੂੰ ਇੱਕ ਹੱਥ ਠੂਠਾ ਇੱਕ ਹੱਥ ਬੋਕੇ ਫੜ ਕੇ ਸਰਦਾਰ ਮਨਮੋਹਨ ਸਿੰਘ ਦੇ ਸਾਹਮਣੇ ਪੇਸ਼ ਹੁੰਦੇ ਦੇਖਿਆ ਹੈਗਾ, ਤੇ ਨਾਲ ਮਨਪ੍ਰੀਤ ਬਾਦਲ ਸੀਗੇ। ਤੇ ਉਹੀ ਅੱਜ ਮਨਪ੍ਰੀਤ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ, ਉਹੀ ਅੱਜ ਇੱਕ ਹੱਥ ਠੂਠਾ ਇੱਕ ਹੱਥ ਬੋਕੇ ਲੈ ਕੇ ਅੱਜ ਦਿੱਲੀ ਦਰਬਾਰ 'ਚ ਫੇਰ ਪੇਸ਼ ਹੋ ਰਹੇ ਹੈਗੇ। ਉਹ ਸਾਰੇ ਟੈਕਸੇਸ਼ਨ ਦੇ ਅਧਿਕਾਰ GST ਰਾਹੀਂ ਕੇਂਦਰ ਆਪਣੇ ਕੋਲ ਲੈ ਗਿਆ। ਮਿਸਾਲ ਦੇ ਤੌਰ ਤੇ ਪੰਜਾਬ ਕੋਲ ਇਸ ਵੇਲੇ 2 ਟੈਕਸ ਨੇ, ਇੱਕ ਤਾਂ ਸ਼ਰਾਬ ਤੇ ਟੈਕਸ ਹੈਗਾ, ਇੱਕ ਡੀਜ਼ਲ ਪੈਟਰੋਲ ਤੇ ਟੈਕਸ ਹੈ। ਬਾਕੀ ਪੰਜਾਬ ਕੋਲ ਨਾ ਸਿੱਧਾ ਨਾ ਅਸਿੱਧਾ ਕੋਈ ਟੈਕਸ ਹੀ ਨਹੀਂ ਹੈਗਾ। ਪੈਸਾ ਕਿੱਥੇ ਪੈਦਾ ਹੁੰਦਾ? ਰਾਜਾਂ ਕੋਲ ਹੁੰਦਾ ਹੈਗਾ, ਪਰ ਜੇ ਤੁਸੀਂ ਵੰਡ ਦੇਖੋ ਤਾਂ ਸਾਰਾ ਖੂੰਜ ਕੇ ਕੌਣ ਲੈ ਜਾਂਦਾ? ਦਿੱਲੀ ਲੈ ਜਾਂਦਾ ਹੈਗਾ। ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਬਾਕੀ ਫੈਡਰਲ ਢਾਂਚੇ ਵਿੱਚ ਲੁਕਿਆ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਪੰਜਾਬ ਦੀਆਂ ਸਮੱਸਿਆਵਾਂ ਬਹੁਤ ਨੇ, ਚਾਹੇ ਉਹ ਪਾਣੀ ਦੀ ਸਮੱਸਿਆ, ਚਾਹੇ ਕਿਸਾਨਾਂ ਦੀ ਸਮੱਸਿਆ, ਚਾਹੇ ਐਜੂਕੇਸ਼ਨ ਦੀ ਸਮੱਸਿਆ, ਚਾਹੇ ਮਾਂ ਬੋਲੀ ਦੀ ਸਮੱਸਿਆ। ਮਾਂ ਬੋਲੀ ਨੂੰ ਵੀ ਲੈ ਕੇ ਕਿਸੇ ਵੀ ਸਿਆਸੀ ਪਾਰਟੀ ਨੇ ਉਸ ਉੱਪਰ ਬਹੁਤਾ ਜ਼ਿਆਦਾ ਕੰਮ ਕਰਦਾ ਦਿਖਾਈ ਨਹੀਂ ਦਿੱਤਾ। ਕਿ ਇਹ ਸਾਰੀਆਂ ਸਮੱਸਿਆਵਾਂ, ਹੋਰ ਵੀ ਬਹੁਤ ਸਮੱਸਿਆਵਾਂ ਨੇ, ਦਲਿਤਾਂ ਨੂੰ ਲੈ ਕੇ ਸਮੱਸਿਆ, ਇਹ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ ਹੈ, ਖੁਦ ਮੁਖਤਿਆਰੀ, ਫੈਡਰਲ ਢਾਂਚਾ। ਜਦੋਂ ਖੁਦ ਮੁਖਤਿਆਰੀ ਦੀ ਗੱਲ ਆਉਂਦੀ ਹੈ, ਫੈਡਰਲ ਦੀ ਗੱਲ ਆਉਂਦੀ ਹੈ, ਤਾਂ ਪੰਜਾਬ ਦੇ ਲੋਕ ਵੀ ਸੋਚਦੇ ਨੇ ਵੀ ਠੀਕ ਹੈ, ਗੱਲ ਹੋਣੀ ਚਾਹੀਦੀ ਹੈ। ਪਰ ਕੀ ਫੈਡਰਲ ਢਾਂਚੇ ਦੇ ਉੱਤੇ ਕੋਈ ਵੀ ਸਿਆਸੀ ਪਾਰਟੀ ਦਾ ਵਿਅਕਤੀ ਖੜਾ ਹੈ ਜਾਂ ਕੋਈ ਆਮ ਵਿਅਕਤੀ ਕਿਸੇ ਪਾਸੋਂ ਖੜ ਕੇ ਗੱਲ ਚੁੱਕਦਾ ਵੀ ਸਾਨੂੰ ਸਾਡੇ ਵੱਧ ਅਧਿਕਾਰ ਮਿਲਣੇ ਚਾਹੀਦੇ ਨੇ, ਜਿਹੜੇ ਰਾਜਾਂ ਦੇ ਸੂਬਿਆਂ ਦੇ ਅਧਿਕਾਰ ਨੇ ਸਾਨੂੰ ਮਿਲਣੇ ਚਾਹੀਦੇ ਨੇ? ਜੇ ਸਾਡੇ ਲੀਡਰਾਂ ਨੇ ਫੈਡਰਲ ਢਾਂਚੇ ਦੀ ਗੱਲ ਕੀਤੀ ਹੁੰਦੀ, ਜੋ ਬਿੱਲ ਆਏ ਨੇ, ਸ਼ਾਇਦ ਉਹ ਕਿਤੇ ਨਾ ਕਿਤੇ ਉਸ ਬਿੱਲ ਨੂੰ ਠੱਲ ਪੈ ਸਕਦੀ ਸੀ। ਹੁਣ ਸਵਾਲ ਇਹ ਉੱਠਦਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਧ ਅਧਿਕਾਰ ਲਈ ਗੱਲਬਾਤ ਕਰਨਗੀਆਂ ਜਾਂ ਸਾਰੇ ਹੀ ਇੱਕੋ ਸੁਰ ਵਿੱਚ ਗਾਉਣਗੇ ਕਿ ਸਾਨੂੰ ਵੋਟਾਂ ਪਾਓ, ਅਸੀਂ ਤੁਹਾਡਾ ਵਧੀਆ ਤੇ ਸੁਨਹਿਰਾ ਭਵਿੱਖ ਤੈਅ ਕਰਾਂਗੇ। ਪਰ ਕੀ ਵਾਕਈ ਹੀ ਕੋਈ ਵੀ ਸਿਆਸੀ ਪਾਰਟੀ ਪੰਜਾਬ ਦੇ ਵਿੱਚ ਹੈਗੀ ਆ ਪੰਜਾਬੀਆਂ ਦਾ, ਉਹਨਾਂ ਨੇ ਸੁਨਹਿਰਾ ਤੇ ਵਧੀਆ ਭਵਿੱਖ ਤੈਅ ਕਰ ਦਿੱਤਾ? ਕਿ ਇਹ ਸਾਰੀ ਗੱਲ ਇੱਕੋ ਮੁੱਦੇ ਤੇ ਆ ਕੇ ਰੁਕ ਜਾਂਦੀ ਹੈ, ਖੁਦ ਮੁਖਤਿਆਰੀ? ਸਾਡੇ ਨਾਲ ਮੌਜੂਦ ਨੇ ਡਾਕਟਰ ਧਰਮਵੀਰ ਗਾਂਧੀ। ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਇਹ ਵੀ ਜ਼ਿਕਰ ਕਰਦੇ ਆਏ ਨੇ, ਸ਼ੰਭੂ ਮੋਰਚੇ ਦੇ ਵੀ ਜ਼ਿਕਰ ਕੀਤਾ ਸੀ, ਉਸ ਤੋਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਤੇ ਅੱਜ ਤੱਕ ਇਹ ਖੁਦ ਮੁਖਤਿਆਰੀ ਲੈ ਕੇ ਜ਼ਿਕਰ ਕਰਦੇ ਆਏ ਨੇ
ਕਦੇ ਸੁਖਪਾਲ ਸਿੰਘ ਖਹਿਰਾ ਦੇ ਇਹ ਸਾਥੀ ਹੁੰਦੇ ਸਨ। ਸੁਖਪਾਲ ਸਿੰਘ ਖਹਿਰਾ ਨੇ ਵੀ ਇੱਕ ਚਮਕ ਦਿਖਾਈ ਸੀ ਅੱਖਾਂ ਦੇ ਵਿੱਚ ਖੁਦ ਮੁਖਤਿਆਰੀ ਦੀ, ਪਲਟੀ ਮਾਰ ਗਏ ਨੇ, ਕਾਂਗਰਸ ਪਾਰਟੀ ਵਿੱਚ ਚਲੇ ਗਏ ਨੇ। ਕਿੰਨੀ ਕੁ ਉਮੀਦ ਹੈ ਉਹ ਲੋਕਾਂ ਨੂੰ ਪਤਾ ਹੈ। ਡਾਕਟਰ ਧਰਮਵੀਰ ਗਾਂਧੀ ਨਾਲ ਆਪਾਂ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਮੇਰਾ ਪਹਿਲਾ ਸਵਾਲ ਇਹੀ ਹੈ, ਜਿਸ ਤਰੀਕੇ ਨਾਲ ਮੈਂ ਸਾਰੀ ਗੱਲਬਾਤ ਰੱਖੀ ਹੈ, ਲੋਕ ਵੀ ਤੁਹਾਨੂੰ ਇਸ ਸਮੇਂ ਦੇਖਦੇ ਨੇ, ਤੁਹਾਨੂੰ ਵੀ ਕਿਤੇ ਨਾ ਕਿਤੇ ਲੋਕ ਇਹ ਮੰਨਦੇ ਨੇ ਕਿ ਤੁਸੀਂ ਵੀ ਖੁਦ ਮੁਖਤਿਆਰੀ ਦੀ ਗੱਲ ਕਰਨੀ ਹੋ, ਹੁਣ ਵੀ ਕਰਨੀ ਹੋ, ਪਹਿਲਾਂ ਵੀ ਕਰਦੇ ਸੀ, ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਵਾਕਈ ਫੈਡਰਲ ਢਾਂਚੇ ਵਿੱਚ ਲੁਕਿਆ। ਦੇਖੋ, ਜੋ ਹਿੰਦੁਸਤਾਨ ਦਾ ਜੋ ਸੰਕਲਪ ਹੈਗਾ, ਜਿਹਨੂੰ ਭਾਰਤ ਕਹਿੰਦੇ ਹੈਗੇ ਆ, ਉਹ ਸਾਡਾ ਸੰਵਿਧਾਨ ਕਹਿੰਦਾ ਕਿ ਇੱਕ ਦੇਸ਼ ਨਹੀਂ ਹੈ, ਰਾਜਾਂ ਦਾ ਸੰਘ ਹੈ। ਇੱਥੇ ਅਲੱਗ-ਅਲੱਗ ਇਲਾਕਾਈ, ਭਾਸ਼ਾਈ, ਸੱਭਿਆਚਾਰਕ, ਨਸਲੀ ਤੇ ਕੌਮੀ ਵਿਲੱਖਣਤਾਵਾਂ ਹੈਗੀਆਂ। ਇਹ ਵਿਲੱਖਣਤਾਵਾਂ ਦਾ ਮੁਲਕ ਹੈਗਾ ਤੇ ਉਹਨਾਂ ਸਭ ਨੂੰ ਐਡਜਸਟ ਕਰਨ ਵਾਸਤੇ ਜਿਹੜਾ ਸੰਘੀ ਢਾਂਚਾ ਹੈਗਾ ਉਹ ਕਾਇਮ ਕੀਤਾ ਗਿਆ ਸੀ ਤੇ ਉਹਦੀ ਜਿਹੜੀ ਭਾਵਨਾ ਸੀਗੀ ਉਸ ਮੁਤਾਬਕ ਮੁਲਕ ਨੇ ਚੱਲਣਾ ਸੀਗਾ। ਪਰ ਪਿਛਲੇ 70 ਸਾਲ ਤੋਂ ਲਗਾਤਾਰ ਜਿਹੜਾ ਵਿਕੇਂਦਰੀਕਰਨ ਦਾ ਅਮਲ ਹੈਗਾ, ਡੀਸੈਂਟਰਲਾਈਜ਼ੇਸ਼ਨ ਦਾ ਅਮਲ ਹੈ, ਰਾਜਾਂ ਦੇ ਅਧਿਕਾਰ ਦੇਣੇ, ਰਾਜਾਂ ਨੇ ਅੱਗੇ ਫਿਰ ਮਿਊਨਿਸਪਲ ਕਮੇਟੀਆਂ ਨੂੰ ਅਧਿਕਾਰ ਅੱਗੇ ਪੰਚਾਇਤਾਂ ਨੂੰ ਦੇਣੇ ਹੈਗੇ, ਉਹ ਅਮਲ ਨੂੰ ਰੋਕ ਕੇ ਜਿਹੜਾ ਕੇਂਦਰੀਕਰਨ ਦਾ ਅਮਲ ਹੈਗਾ, ਚਾਹੇ ਸੱਤਾ ਦਾ ਕੇਂਦਰੀਕਰਨ ਹੈ, ਚਾਹੇ ਸਾਧਨਾਂ ਦਾ ਕੇਂਦਰੀਕਰਨ ਹੈਗਾ, ਚਾਹੇ ਆਰਥਿਕਤਾ ਦਾ ਕੇਂਦਰੀਕਰਨ ਹੈ, ਉਹ ਲਗਾਤਾਰ ਅਮਲ ਤੇਜ਼ ਹੋ ਰਿਹਾ ਹੈਗਾ। ਜਿਹੜਾ ਵਿਕੇਂਦਰੀਕਰਨ ਦਾ ਅਮਲ ਹੈ, ਜਿਸ 'ਚੋਂ ਫੈਡਰਲ ਢਾਂਚੇ ਦੀ ਮੁੱਖ ਜਿਹੜੀ ਮੰਗ ਸੀਗੀ ਕਿ ਵਿਕੇਂਦਰੀਕਰਨ, ਸੱਤਾ ਦਾ ਵਿਕੇਂਦਰੀਕਰਨ, ਸਾਧਨਾਂ ਦਾ ਵਿਕੇਂਦਰੀਕਰਨ ਕਰਨਾ, ਉਸ ਅਮਲ ਨੂੰ ਠੱਲ ਪਾ ਕੇ ਭਾਰਤੀ ਸੰਘ ਨੇ ਲਗਾਤਾਰ ਜਿਹੜੇ ਰਾਜਾਂ ਦੇ ਅਧਿਕਾਰ ਸੀਗੇ, ਜਿਹੜੇ ਮਿਲੇ ਹੋਏ ਸੀਗੇ, ਉਹ ਵੀ ਖੋਏ ਹੈਗੇ ਆ। ਹੋਰ ਤਾਂ ਕੀ ਦੇਣੇ ਸੀਗੇ ਇਹਨੂੰ, ਘੇਰੇ ਨੂੰ ਵਿਸ਼ਾਲ ਤਾਂ ਕੀ ਕਰਨਾ ਸੀਗਾ, ਬਲਕਿ ਜੋ ਵਿੱਦਿਆ ਦੇ ਅਧਿਕਾਰ, ਸਿਹਤ ਦਾ ਅਧਿਕਾਰ, ਪਾਣੀਆਂ ਦਾ ਅਧਿਕਾਰ, ਜਾਂ ਮਤਲਬ ਹੁਣ ਆਪਾਂ ਜਿਹੜੇ ਹੁਣ ਖੇਤੀਬਾੜੀ ਦਾ ਮਿਸਾਲ ਦੇ ਤੌਰ ਤੇ ਸੰਵਿਧਾਨ ਦੀ ਰਾਜਾਂ ਦੀ ਮੱਦ ਨੰਬਰ 14 ਵਿੱਚ ਜਿਹੜੀ ਖੇਤੀਬਾੜੀ ਹੈ ਉਹ ਰਾਜ ਦਾ ਵਿਸ਼ਾ ਹੈਗਾ। ਮੱਦ ਨੰਬਰ 28 ਵਿੱਚ ਜਿਹੜੀ ਰਾਜਾਂ ਦੀ ਸੂਚੀ ਹੈ ਸੰਵਿਧਾਨ ਮੁਤਾਬਕ, ਉਹ ਜਿਹੜਾ ਮੰਡੀਕਰਨ ਦਾ ਵਿਸ਼ਾ ਹੈ ਉਹ ਰਾਜਾਂ ਦਾ ਵਿਸ਼ਾ ਹੈਗਾ। ਉਹ ਹੁਣੇ ਦੋਨਾਂ ਕਾਨੂੰਨਾਂ ਦੇ ਦੋਨਾਂ ਵਿਸ਼ਿਆਂ ਤੇ ਛੱਪਾ ਮਾਰ ਕੇ ਖੋਹ ਕੇ ਕੇਂਦਰ ਆਪਣੇ ਕੋਲ ਲੈ ਗਿਆ। ਜੋ ਟੈਕਸੇਸ਼ਨ ਦੇ ਅਧਿਕਾਰ ਹੈ ਜਿਹੜੇ ਕਿ ਰਾਜਾਂ ਨੂੰ ਬਿਲਕੁਲ ਹੀ ਨਕਾਰਾ ਕਰ ਦਿੱਤਾ ਗਿਆ, ਉਹਨਾਂ ਨੂੰ ਖੁੰਗਲ ਕਰ ਦਿੱਤਾ ਗਿਆ, ਉਹ ਸਾਰੇ ਟੈਕਸੇਸ਼ਨ ਦੇ ਅਧਿਕਾਰ GST ਰਾਹੀਂ ਕੇਂਦਰ ਆਪਣੇ ਕੋਲ ਲੈ ਗਿਆ। ਮਿਸਾਲ ਦੇ ਤੌਰ ਤੇ ਪੰਜਾਬ ਕੋਲ ਇਸ ਵੇਲੇ 2 ਟੈਕਸ ਨੇ, ਇੱਕ ਤਾਂ ਸ਼ਰਾਬ ਤੇ ਟੈਕਸ ਹੈਗਾ, ਇੱਕ ਡੀਜ਼ਲ ਪੈਟਰੋਲ ਤੇ ਟੈਕਸ ਹੈ। ਬਾਕੀ ਪੰਜਾਬ ਕੋਲ ਨਾ ਸਿੱਧਾ ਨਾ ਅਸਿੱਧਾ ਕੋਈ ਟੈਕਸ ਹੀ ਨਹੀਂ ਹੈਗਾ। ਸੋ ਇਸ ਕਰਕੇ ਇਹ ਕਹਿਣਾ ਕਿ ਵੀ ਪੰਜਾਬ ਦੇ ਮਸਲੇ ਜੇ 70 ਸਾਲ ਦੇ ਸਿਆਸੀ ਚੌਕਟੇ ਰੱਖ ਕੇ ਦੇਖੀਏ, ਜਿਹੜੀ ਕੇਂਦਰੀਵਾਦੀ ਸਿਆਸਤ ਹੈ ਉਹਨਾਂ ਜੋ ਪੰਜਾਬ ਦਾ ਹਸ਼ਰ ਕੀਤਾ, ਤੇ ਉਹ ਸਿਆਸਤ ਦੇ ਜੋ ਪੰਜਾਬ 'ਚ ਭਾਈਵਾਲ ਰਹੇ ਨੇ, ਜਾਂ ਪੰਜਾਬ 'ਚ ਉਹ ਜੋ ਸਰਕਰਦਾ ਲੀਡਰ ਜਾਂ ਪਾਰਟੀਆਂ ਰਹੀਆਂ ਨੇ, ਕਾਂਗਰਸ ਤੇ ਅਕਾਲੀ ਦਲ ਭਾਜਪਾ ਗਠਜੋੜ, ਜਿਹੜਾ ਕਿ ਹੁਣ ਤੱਕ ਬਾਰੀ 25 ਸਾਲੀ ਉੱਤਰ ਕਾਟੋ ਮੈਚਰਾਂ ਦੀ ਖੇਡ ਖੇਡਦੇ ਹੋਏ ਇਹਨਾਂ ਨੇ ਪਿਛਲੇ 30 35 40 ਸਾਲ ਜੋ ਰਾਜ ਕੀਤਾ ਹੈਗਾ, ਉਸਨੇ ਪੰਜਾਬ ਦੇ ਅਧਿਕਾਰਾਂ ਤੇ ਜੋ ਛਾਪਾ ਪਿਆ ਹੈਗਾ ਉਸ ਦੇ ਖਿਲਾਫ ਆਵਾਜ਼ ਬੁਲੰਦ ਨਹੀਂ ਕੀਤੀ ਹੈਗੀ ਹੈ, ਆਵਾਜ਼ ਨਹੀਂ ਚੁੱਕੀ ਹੈਗੀ ਹੈ। ਤੇ ਇਹੀ ਹਾਲ ਕਮੋਬੇਸ਼ ਦੇਸ਼ ਦੇ ਬਾਕੀ ਰਾਜਾਂ ਦਾ ਹੈਗਾ। ਹਾਲਾਂਕਿ ਉੱਤਰ ਪੂਰਬੀ ਰਾਜਾਂ ਵਿੱਚ ਤੇ ਤਾਮਿਲਨਾਡੂ ਵਿੱਚ ਤੇ ਕਸ਼ਮੀਰ ਵਿੱਚ ਇਹ ਜਿਹੜੀ ਸਟਰਗਲ ਹੈਗੀ ਹੈ ਇਹ ਕਾਫੀ ਤਿੱਖੇ ਰੂਪ 'ਚ ਵੀ ਆਈ ਹੈ ਤੇ ਇਹ ਮੱਠੇ ਰੂਪ 'ਚ ਵੀ ਚੱਲਦੀ ਰਹੀ ਹੈ। ਤੇ ਪੰਜਾਬ 'ਚ ਵੀ ਅਲੱਗ-ਅਲੱਗ ਸਮਿਆਂ 'ਚ ਵੱਧ ਰਾਜਾਂ ਦੇ ਅਧਿਕਾਰਾਂ ਦੀ ਮੰਗ, ਜਾਂ ਫੈਡਰਲ ਮੰਗਾਂ, ਜਾਂ ਮਤਲਬ ਕੇਂਦਰ ਰਾਜ ਸੰਬੰਧਾਂ ਦੀ ਮੰਗ, ਜਾਂ ਪੰਜਾਬ ਨੂੰ ਖੁਦ ਮੁਖਤਿਆਰੀ ਜਾਂ ਰਾਜਾਂ ਨੂੰ ਖੁਦ ਮੁਖਤਿਆਰੀ, ਮਤਲਬ ਅਸੀਂ ਯਕੀਨਨ ਮੈਂ ਕਹਿ ਸਕਦਾ ਕਿ ਜਿਹੜੀ ਕੁੱਲ ਸਕਲ ਘਰੇਲੂ ਉਤਪਾਦ ਹੈਗਾ, ਜਿਹਨੂੰ GDP ਕਹਿੰਦੇ ਆ, ਕਿੱਥੇ ਪੈਦਾ ਹੁੰਦੀ ਹੈ? ਦਿੱਲੀ ਪੈਦਾ ਹੁੰਦੀ ਹੈ, ਉਹ ਰਾਜਾਂ 'ਚ ਪੈਦਾ ਹੁੰਦੀ ਹੈ। ਸਾਰੇ ਸਾਧਨ ਸਰੋਤ, ਚਾਹੇ ਖਣਿਜ ਹੈਗੇ ਆ, ਚਾਹੇ ਗੈਰ ਖਣਿਜ ਪਦਾਰਥ ਹੈਗੇ ਆ, ਸਰੋਤ ਹੈਗੇ ਆ, ਉਹ ਰਾਜਾਂ ਕੋਲ ਹੈਗੇ ਆ। ਸਾਰੀ ਵੈਲਥ ਕ੍ਰੀਏਸ਼ਨ, ਪੈਸਾ ਕਿੱਥੇ ਪੈਦਾ ਹੁੰਦਾ? ਰਾਜਾਂ ਕੋਲ ਹੁੰਦਾ ਹੈਗਾ। ਪਰ ਜੇ ਤੁਸੀਂ ਵੰਡ ਦੇਖੋ ਤਾਂ ਸਾਰਾ ਖੂੰਜ ਕੇ ਕੌਣ ਲੈ ਜਾਂਦਾ? ਦਿੱਲੀ ਲੈ ਜਾਂਦਾ ਹੈਗਾ। ਤੇ ਮੈਂ ਆਪਣੇ ਅੱਖੀ ਆਪਣੀ ਸੋਝੀ ਵਿੱਚ ਹੁਣ ਪਿਛਲੇ 15 ਸਾਲ 'ਚ 10 ਸਾਲ ਸਰਕਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ, ਬੜੇ ਸਤਿਕਾਰਯੋਗ ਬਜ਼ੁਰਗ ਹੈ ਸਾਡੇ, ਮੇਰੇ ਨੂੰ ਸਿਆਸੀ ਮਤਭੇਦ ਹੋ ਸਕਦੇ ਆ, ਉਹਨਾਂ ਨੂੰ ਇੱਕ ਹੱਥ ਠੂਠਾ ਇੱਕ ਹੱਥ ਬੋਕੇ ਫੜ ਕੇ ਮਨਮੋਹਨ ਸਿੰਘ ਦੇ ਸਾਹਮਣੇ, ਜਦ ਸਰਦਾਰ ਮਨਮੋਹਨ ਸਿੰਘ ਦੇ ਸਾਹਮਣੇ ਪੇਸ਼ ਹੁੰਦੇ ਦੇਖਿਆ ਹੈਗਾ। ਤੇ ਨਾਲ ਮਨਪ੍ਰੀਤ ਬਾਦਲ ਸੀਗੇ, ਤੇ ਉਹੀ ਅੱਜ ਮਨਪ੍ਰੀਤ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ, ਉਹੀ ਅੱਜ ਇੱਕ ਹੱਥ ਠੂਠਾ ਇੱਕ ਹੱਥ ਬੋਕੇ ਲੈ ਕੇ ਅੱਜ ਦਿੱਲੀ ਦਰਬਾਰ 'ਚ ਫੇਰ ਪੇਸ਼ ਹੋ ਰਹੇ ਹੈਗੇ। ਦੋਹਾਂ ਹਾਲਤਾਂ 'ਚ ਅੱਗੇ ਮਨਮੋਹਨ ਸਿੰਘ ਦਰਬਾਰ ਸੀ, ਅੱਜ ਉਹ ਮੋਦੀ ਦਰਬਾਰ ਹੈ। ਕੁੱਲ ਮਿਲਾ ਕੇ ਉਹ ਦਿੱਲੀ ਦਰਬਾਰ ਹੈਗਾ, ਕੇਂਦਰ ਦਾ ਦਰਬਾਰ ਹੈਗਾ, ਜਿਹੜਾ ਲਗਾਤਾਰ ਤਕੜਾ ਹੋਇਆ ਤੇ ਰਾਜ ਲਗਾਤਾਰ ਖੁੰਗਲ ਤੇ ਨਕਾਰਾ ਤੇ ਨਿਕੰਮੇ ਹੋਏ ਹੈਗੇ ਆ। ਤੋ ਇਹ ਜਿਹੜਾ ਢਾਂਚਾ, ਜਿਹੜਾ ਫਰੇਮਵਰਕ ਹੈਗਾ, ਇਸ ਢਾਂਚੇ ਅਧੀਨ ਜੇ ਕੋਈ ਸਿਆਸਤ ਕਰੂਗਾ ਉਹ ਪੰਜਾਬ ਦਾ ਭਲਾ ਨਹੀਂ ਕਰ ਸਕਦਾ, ਉਹ ਪੰਜਾਬ ਨੂੰ ਕੋਈ ਆਪਣੇ ਹੱਕ ਨਹੀਂ ਦਵਾ ਸਕਦਾ। ਸੋ ਸਾਨੂੰ ਬਾਕੀ ਰਾਜਾਂ ਨਾਲ ਮਿਲ ਕੇ ਇੱਕ ਵੱਡਾ ਵਿਸ਼ਾਲ ਜਿਹੜਾ ਜਮਹੂਰੀ ਫਰੰਟ ਹੈ, ਜਿਹੜਾ ਫੈਡਰਲ ਫਰੰਟ ਹੈ, ਉਹ ਬਣਾਉਣਾ ਪੈਣਾ। ਬੰਗਾਲ ਨਾਲ, ਤਾਮਿਲਨਾਡੂ ਨਾਲ, ਕੇਰਲਾ ਨਾਲ, ਕਰਨਾਟਕਾ ਨਾਲ, ਕਸ਼ਮੀਰ ਨਾਲ, ਸਾਰੇ ਰਾਜਾਂ ਨੂੰ
ਇਕੱਠੇ ਹੋਣਾ ਪੈਣਾ ਹੈਗਾ ਆਪਣੇ ਅਧਿਕਾਰਾਂ ਵਾਸਤੇ, ਕਿਉਂਕਿ ਜਿਹੜਾ ਹੁਣ ਜੋ ਕੇਂਦਰੀਕਰਨ ਦਾ ਅਮਲ ਹੈਗਾ ਸਾਧਨਾਂ ਦਾ, ਇਸ ਹੱਦ ਤੱਕ ਵੱਧ ਚੁੱਕਿਆ ਕਿ ਹਿੰਦੁਸਤਾਨ ਦੀ ਕੁੱਲ ਜੋ ਵੈਲਥ ਹੈਗੀ ਹੈ, ਜੋ ਸਰਮਾਇਆ ਹੈਗਾ, ਉਹ ਜਿਹੜਾ 76 ਸਰਮਾਇਆ 1% ਲੋਕਾਂ ਕੋਲ ਜਾ ਚੁੱਕਿਆ, ਤੇ ਬਾਕੀ ਦਾ ਜੋ 99% ਲੋਕ ਹੈ ਉਹਨਾਂ ਕੋਲ 24% ਸਰਮਾਇਆ ਬਚਿਆ ਹੋਇਆ। ਅੱਛਾ ਡਾਕਟਰ ਸਾਹਿਬ, ਮੇਰਾ ਇੱਕ ਸਪਸ਼ਟ ਸਵਾਲ ਹੈ, ਜੇ ਆਪਣੇ ਪੰਜਾਬ ਦੀਆਂ ਪਾਰਟੀਆਂ, ਸਿਆਸੀ ਪਾਰਟੀਆਂ ਜਿਹਨਾਂ ਨੂੰ ਸਰੈਂਡਰ ਹੀ ਕਰ ਦੇਣਾ ਹੈ ਕੇਂਦਰ ਸਰਕਾਰ ਕੋਲੋਂ, ਫਿਰ ਕਿੱਥੋਂ ਖੁਦ ਮੁਖਤਿਆਰੀ ਲੱਭ ਲਾਂਗੇ ਕਿੱਥੋਂ ਆਪਾਂ ਇੱਕ ਗੱਲ ਸ਼ੁਰੂ ਕਰ ਲਾਂਗੇ। ਆਮ ਆਦਮੀ ਪਾਰਟੀ ਆਈ, ਕਾਂਗਰਸ ਆ, ਸ਼੍ਰੋਮਣੀ ਅਕਾਲੀ ਦਲ ਤਾਂ ਅਨੰਦਪੁਰ ਸਾਹਿਬ ਦਾ ਮਤਾ ਹੀ ਛੱਡ ਦਿੱਤਾ, 15-20 ਸਾਲ ਤੋਂ ਪ੍ਰਚਾਰ ਹੀ ਨਹੀਂ ਦੇ, ਬਾਅਦ ਅਧਿਕਾਰੀ ਦੀ ਗੱਲ ਹੁੰਦੀ ਹੈ। ਉਮੀਦ ਹੁੰਦੀ ਹੈ ਕਿਤੇ ਜੇ ਸਾਡੀ ਖੇਤਰੀ ਪਾਰਟੀਆਂ ਹੀ ਸਰੈਂਡਰ ਹੋ ਚੁੱਕੀਆਂ ਨੇ, ਗੱਠਜੋੜ ਕਰ ਲੈਂਦੀਆਂ ਨੇ ਕੇਂਦਰ ਸਰਕਾਰ ਨਾਲ, ਫਿਰ ਕਿੱਥੋਂ ਆਸ ਹੀ ਕਿਦਨ ਆਊਗੀ। ਦੇਖੋ ਤੁਹਾਡੀ ਗੱਲ ਬਿਲਕੁਲ ਤੁਸੀਂ ਦਰੁਸਤ ਫਰਮਾਈ, ਬਿਲਕੁਲ ਸਹੀ ਤੁਸੀਂ ਨਿਰਣੇ ਤੇ ਪਹੁੰਚੇ ਹੈ ਕਿ ਪਿਛਲੇ 30-35 ਸਾਲਾਂ ਵਿੱਚ ਭਾਰਤੀ ਸੰਘ ਨੇ ਜੋ ਖੇਤਰੀ ਪਾਰਟੀਆਂ ਉੱਭਰੀਆਂ ਸੀਗੀਆਂ ਭਾਸ਼ਾ ਦੇ ਆਧਾਰ ਤੇ ਜਾਂ ਹੋਰ ਖਿੱਤਿਆਂ ਦੇ ਆਧਾਰ ਤੇ, ਉਹਨਾਂ ਨੂੰ ਹੌਲੀ ਹੌਲੀ ਕੋਆਪਟ ਵੀ ਕਰ ਲਿਆ ਤੇ ਕਰਪਟ ਵੀ ਕਰਤਾ, ਆਤਮਸਾਤ ਵੀ ਕਰ ਲਿਆ ਤੇ ਭ੍ਰਿਸ਼ਟ ਵੀ ਕਰ ਦਿੱਤਾ। ਬਾਦਲਾਂ ਤੋਂ ਲੈ ਕੇ, ਚੌਟਾਲਿਆਂ ਤੋਂ ਲੈ ਕੇ, ਮਾਇਆਵਤੀ ਤੋਂ ਲੈ ਕੇ, ਮੁਲਾਇਮ ਤੋਂ ਲੈ ਕੇ, ਲਾਲੂ ਤੋਂ ਲੈ ਕੇ, ਜੈਲਲਤਾ ਤੇ ਬਹੁਤ ਲੰਬੀ ਚੌੜੀ ਫਰਿਸਤ ਹੈ ਅਕ੍ਰੋਸ ਕੰਟਰੀ, ਸਾਰੇ ਦੇਸ਼ ਵਿੱਚ, ਜਿੱਥੇ ਪਾਰਟੀਆਂ ਜਿਹੜੀ ਸਥਾਨਕ ਖੇਤਰੀ ਹਿੱਤਾਂ ਨੂੰ ਨੁਮਾਇੰਦਗੀ ਕਰਨ ਵਾਲੇ ਕਹਿਣ ਵਾਲੀਆਂ ਪਾਰਟੀਆਂ ਨੇ ਆਪਣੇ ਆਪ ਨੂੰ ਭ੍ਰਸ਼ਟ ਵੀ ਕੀਤਾ ਔਰ ਆਪਣੇ ਆਪ ਨੂੰ ਆਤਮਸਾਤ ਵੀ ਕੀਤਾ। ਭਾਰਤੀ ਸੰਘ 'ਚ ਆਪਣੇ ਰਾਜਾਂ ਦੇ ਵੱਧ ਅਧਿਕਾਰਾਂ ਦੀ ਮੰਗ ਸੀਗੀ, ਉਹਨੂੰ ਤਲਾਂਜਲੀ ਦਿੱਤੀ ਹੈ, ਛੱਡਿਆ ਹੈਗਾ ਔਰ ਕੇਂਦਰ ਅੱਗੇ ਨਤਮਸਤਕ ਹੋਈਆਂ, ਗੋਡਿਆਂ ਭਾਰ ਹੋਈਆਂ ਹੈਗੀਆਂ। ਸੋ ਇਸੇ ਕਰਕੇ ਮੈਂ ਕਹਿ ਰਿਹਾ ਕਿ ਜਿਹੜੀ ਅੱਜ ਦਾ ਜੋ ਖੇਤਰੀਵਾਦ ਦੇ ਵਾਸਤੇ ਲੜਾਈ ਹੈ, ਅੱਜ ਜੋ ਫੈਡਰਲਵਾਦ ਦੀ ਲੜਾਈ ਹੈਗੀ ਹੈ, ਉਹ ਪੁਰਾਣੀਆਂ ਜਿਹੜੀਆਂ ਸਥਾਪਿਤ ਖੇਤਰੀ ਪਾਰਟੀਆਂ ਉਹ ਨਹੀਂ ਲੜ ਸਕਦੀਆਂ, ਕਿਉਂਕਿ ਉਹਨਾਂ 'ਚ ਦੋ ਬੁਨਿਆਦੀ ਫਲॉ ਹੈਗੇ, ਦੋ ਬੁਨਿਆਦੀ ਨੁਕਸ ਹੈਗੇ ਆ। ਇੱਕ ਤਾਂ ਪੁਰਾਣੀ ਜ਼ਗੀਰੋ ਸ਼ਾਨ ਸ਼ੌਕਤ, ਚਾਹੇ ਉਹ ਅਕਾਲੀ ਦਲ ਦੀ ਹੋਵੇ, ਵੱਡੇ ਲੀਡਰਾਂ ਦੀ, ਚਾਹੇ ਉਹ ਸ਼ਾਨ ਸ਼ੌਕਤ ਹੋਵੇ ਚੌਟਾਲਿਆਂ ਦੀ, ਚਾਹੇ ਮੁਲਾਇਮ ਦੀ ਹੋਵੇ, ਜਿਹੜੀ ਖੇਤਰੀ ਪਾਰਟੀ ਦੇ ਲੀਡਰ ਨੇ। ਦੂਜਾ ਹੈਗਾ ਲਸਟ ਫਾਰ ਮਨੀ, ਪੈਸੇ ਦੀ ਭੁੱਖ, ਜੋ ਪੈਸੇ ਦੀ ਭੁੱਖ ਇਹਨਾਂ ਨੇ ਦਿਖਾਈ ਹੈ ਸਥਾਨਕ ਖੇਤਰੀ ਲੀਡਰਾਂ ਨੇ, ਉਹ ਬਾਕੀਆਂ ਨੂੰ ਮਾਤ ਪਾ ਗਏ ਨੇ। ਮਤਲਬ ਇੰਨੇ ਪੈਸੇ ਦੇ ਅੰਬਾਰ ਲਾਏ ਨੇ, ਉਹ ਆਪਣੇ ਰਾਜ ਨੂੰ ਲੁੱਟ ਕੇ ਕੁੱਟ ਕੇ ਲੁੱਟ ਸੁੱਟ ਕੇ ਮਾਫੀਆ ਰਾਜ ਕਾਇਮ ਕਰਕੇ, ਉਹ ਵੀ ਆਪਣੇ ਆਪ 'ਚ ਬਹੁਤ ਇੱਕ ਨਕਾਰਾਤਮਕ ਉਦਾਹਰਨ ਹੈਗੀ ਹੈ। ਸੋ ਪੁਰਾਣੇ ਖੇਤਰੀਵਾਦ ਦੀ ਥਾਂ ਆਪਾਂ ਨੂੰ ਨਵਾਂ ਖੇਤਰੀਵਾਦ ਜਿਹੜਾ ਕਿ ਆਪਣੇ ਲੋਕਾਂ ਨੂੰ ਜਵਾਬਦੇਹ ਹੋਊਗਾ, ਪਾਰਦਰਸ਼ੀ ਪ੍ਰਸ਼ਾਸਨ ਦੇਊਗਾ, ਜਵਾਬਦੇਹ ਪ੍ਰਸ਼ਾਸਨ ਦੇਊਗਾ, ਤੇ ਪੰਜਾਬ ਦੇ ਜਾਂ ਕਿਸੇ ਵੀ ਰਾਜ ਦੇ ਔਰਤਾਂ ਦੇ, ਦਲਿਤਾਂ ਦੇ, ਕਿਸਾਨੀ ਦੇ ਹਿੱਤਾਂ ਦੀ 21ਵੀਂ ਸਦੀ ਦੇ ਹਾਣ ਦੇ ਜੋ ਉਹਨਾਂ ਦੇ ਇੰਟਰਸਟ ਹੈਗੇ ਹੈ, ਉਹਨਾਂ ਦੀ ਨੁਮਾਇੰਦਗੀ ਕਰੂਗਾ, ਉਹਨਾਂ ਨੂੰ ਪੂਰੀਆਂ ਕਰੂਗਾ। ਉਹ ਖੇਤਰੀਵਾਦ ਹੀ ਅੱਜ ਜਿਹੜੀ ਕੇਂਦਰ ਦੇ ਖਿਲਾਫ ਲੜਾਈ ਲੜ ਸਕਦਾ। ਜਿਹੜਾ ਪੁਰਾਣਾ ਖੇਤਰੀਵਾਦ ਹੈ, ਭ੍ਰਿਸ਼ਟ ਹੈ ਤੇ ਕੋਪਟਡ ਤੇ ਕਰਪਟਡ ਹੈ, ਭ੍ਰਿਸ਼ਟ ਤੇ ਆਤਮਸਾਤ ਹੋ ਚੁੱਕਿਆ, ਰਲ ਚੁੱਕਿਆ ਨਾਲ, ਆਪਣੀ ਹੋਂਦ ਮਿਟਾ ਚੁੱਕੇ, ਉਹਦਾ ਗੋਲਾ ਬਣ ਚੁੱਕਿਆ ਕੇਂਦਰ ਦਾ। ਉਹ ਖੇਤਰੀਵਾਦ ਦੀ ਲੜਾਈ ਨਹੀਂ ਲੜ ਸਕਦਾ, ਉਹ ਫੈਡਰਲਵਾਦ ਦੀ ਲੜਾਈ ਨਹੀਂ ਲੜ ਸਕਦਾ ਹੈਗਾ। ਔਰ ਹਿੰਦੁਸਤਾਨੀ ਸਮਾਜ ਨੇ ਜੇ ਰਾਜਾਂ ਨੇ ਅੱਗੇ ਤੁਰਨਾ ਹੈਗਾ ਤਾਂ ਇਹ ਫੈਡਰਲਵਾਦ ਵਾਸਤੇ, ਇੱਕ ਸਹੀ ਮਾਅਨੇ 'ਚ ਭਾਰਤੀ ਸੰਘ ਬਣਾਉਣ ਵਾਸਤੇ ਇਹ ਲੜਾਈ ਹੈ। ਅੱਜ ਨਹੀਂ ਕੱਲ੍ਹ, ਮੈਂ ਨਹੀਂ ਤਾਂ ਮੇਰਾ ਬੱਚਾ, ਸਾਨੂੰ ਲੜਨੀ ਪੈਣੀ ਹੈ। ਤਾਂ ਹੀ ਜਿਹੜੇ ਰਾਜਾਂ ਦੀ ਜਿਹੜੀ ਸੰਕਟ ਹੈਗੇ ਹੈ, ਕਿਸਾਨੀ ਦਾ ਸੰਕਟ ਹੈ, ਬੇਰੁਜ਼ਗਾਰੀ ਦਾ ਸੰਕਟ ਹੈਗਾ, ਨਸ਼ਿਆਂ ਦਾ ਸੰਕਟ ਹੈ, ਮਾਫੀਆ ਦਾ ਸੰਕਟ ਹੈ, ਹਰ ਪਾਸੇ ਹਰ ਖੇਤਰ 'ਚ ਮਾਫੀਆ ਰਾਜ ਹੈਗਾ ਹੈ, ਜਾਂ ਹੁਣ ਪ੍ਰਵਾਸ ਦਾ ਸੰਕਟ ਹੈ, ਪਾਣੀ ਦੇ ਖਤਮ ਹੋਣ ਦਾ ਸੰਕਟ ਹੈਗਾ, ਮਿੱਟੀ, ਜਲ, ਹਵਾ ਸਭ ਕੁਛ ਸਾਡਾ ਦੂਸ਼ਿਤ ਹੈ, ਉਹ ਸੰਕਟ ਹੈਗਾ ਹੈ। ਪੰਜਾਬ ਖੁਦਕਸ਼ੀਆਂ ਕਰ ਰਿਹਾ ਪੰਜਾਬ ਹੈ, ਪ੍ਰਵਾਸ ਕਰ ਰਿਹਾ ਪੰਜਾਬ ਹੈਗਾ ਹੈ, ਮਤਲਬ ਨਸ਼ਿਆਂ ਨਾਲ ਡੁੱਬ ਰਿਹਾ ਪੰਜਾਬ ਹੈਗਾ। ਇਸ ਪੰਜਾਬ ਨੂੰ ਖਲਜਗਨ ਜੋ ਕੱਢਣਾ ਹੈਗਾ ਤਾਂ ਇੱਕ ਤਾਂ ਪੰਜਾਬ ਦੇ ਹੱਕ ਲੈਣੇ ਪੈਣੇ ਹੈਗੇ ਆ ਜੋ ਸਾਡੇ ਖੋਹੇ ਗਏ ਆ, ਜੋ ਸਾਨੂੰ ਇਨਕਾਰ ਕੀਤਾ ਗਿਆ, ਜੋ ਸਾਡੇ ਕੋਲ ਨਹੀਂ ਦਿੱਤੇ ਗਏ ਹੈਗੇ ਆ। ਤੇ ਦੂਜਾ ਜਿਹੜੀਆਂ ਖੇਤਰੀ ਪਾਰਟੀਆਂ ਜੋ ਭ੍ਰਿਸ਼ਟ ਹੈਗੀਆਂ, ਉਹਨੂੰ ਖਹਿੜਾ ਛਡਾਉਣਾ ਪੈਣਾ ਹੈਗਾ। ਇਹ ਕੋਈ ਨਵ ਖੇਤਰੀਵਾਦੀ ਪਾਰਟੀ ਜਿਹੜੀ ਹੈਗੀ ਹੈ, ਜਿਹਨੂੰ ਨਿਊ ਰੀਜਨਲਿਜ਼ਮ ਕਹਿੰਦੇ ਹੈਗੇ, ਉਹਦੇ ਉਭਾਰ ਨਾਲ ਹੀ ਇਹ ਜਿਹੜਾ ਮਤਲਬ ਇਹ ਗਲਤ ਤਾਣਾ ਬਾਣਾ ਹੈਗਾ, ਜੋ ਗਲਤ ਅਰੇਂਜਮੈਂਟ ਹੈ 70 ਸਾਲਾਂ ਦੀ, ਉਹ ਖਤਮ ਕਰਕੇ ਹੀ ਰਾਜਾਂ ਦਾ ਕਲਿਆਣ ਹੋ ਸਕਦਾ ਹੈ। ਤੁਹਾਡੇ ਸਾਥੀ ਨੇ ਸੁਖਪਾਲ ਸਿੰਘ ਖਹਿਰਾ, ਫਿਰ ਤੁਸੀਂ ਕਹਿ ਸਕਦੇ ਹੋ ਕੋਈ ਵੀ ਖੇਤਰੀ ਪਾਰਟੀ ਖੁਦ ਮੁਖਤਿਆਰੀ ਦੀ ਗੱਲ ਨਹੀਂ ਕਰ ਸਕਦੀ। ਸੁਖਪਾਲ ਸਿੰਘ ਖਹਿਰਾ ਨੇ ਆਵਾਜ਼ ਉਠਾਈ, ਤੁਸੀਂ ਆਵਾਜ਼ ਉਠਾਉਂਦੇ ਰਹਿੰਦੇ ਹੋ, ਹੁਣ ਵੀ ਆਵਾਜ਼ ਉਠਾਉਂਦੇ ਹੋ, ਕਿਉਂ ਸੁਖਪਾਲ ਸਿੰਘ ਖਹਿਰਾ ਖੁਦ ਮੁਖਤਿਆਰੀ ਲੈ ਕੇ ਦੇ ਦੇਣਗੇ ਲੋਕਾਂ ਨੂੰ, ਜੋ ਲੋਕਾਂ ਦੇ ਅੱਖਾਂ ਵਿੱਚ ਚਮਕ ਦਿਖਾਈ ਸੀ? ਨਹੀਂ ਬਿਲਕੁਲ ਨਹੀਂ। ਦੇਖੋ ਸੁਖਪਾਲ ਸਿੰਘ ਖਹਿਰਾ ਨੇ ਜੋ ਇੱਕ ਸਿਆਸੀ ਸਮਝੌਤਾ ਕੀਤਾ ਹੈਗਾ, ਉਹ ਆਪਣੀ ਸਿਆਸੀ ਹੋਂਦ ਨੂੰ ਬਚਾਉਣ ਵਾਸਤੇ ਕੀਤਾ ਹੈਗਾ। ਔਰ ਦੂਜੀ ਗੱਲ ਹੈ, ਖਹਿਰਾ ਸਾਹਿਬ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈਗਾ, ਪੰਜਾਬ ਦੇ ਬੇਵਾਕ ਲੀਡਰ ਰਹੇ ਨੇ, ਚਾਹੇ ਰਾਜ ਅਕਾਲੀਆਂ ਹੋਵੇ, ਚਾਹੇ ਕਾਂਗਰਸ ਰਹੇ ਹੋਵੇ, ਚਾਹੇ ਉਹ ਮਤਲਬ ਉਹਨਾਂ ਨੇ ਇੱਕ ਬੁਲੰਦ ਤਰੀਕੇ ਨਾਲ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਹੈਗੀ ਹੈ। ਬੜੇ ਤੇਜ਼ ਤਰਾਰ ਨੇਤਾ ਨੇ, ਵਿਰੋਧੀ ਧਿਰ ਦੇ ਵੀ ਰਹੇ ਨੇ, ਤੇ ਆਮ ਆਦਮੀ ਪਾਰਟੀ ਦੇ ਬਤੌਰ LOP ਦੀ ਕਾਰਕਰਦਗੀ ਬਹੁਤ ਚੰਗੀ ਰਹੀ ਹੈਗੀ ਹੈ। ਪਰ ਜਿਹੜੀ ਖੇਤਰੀਵਾਦ ਬਾਰੇ ਜੋ ਸਮਝ ਹੈਗੀ ਹੈ, ਜੋ ਮਤਲਬ ਜਿਹਨੂੰ ਕਹਿੰਦੇ ਆ ਕਿ ਸਾਨੂੰ ਮਤਲਬ ਹੱਕ ਚਾਹੀਦਾ ਹੈਗਾ ਆਪਾ ਨਿਰਣੇ ਦਾ, ਉਹਨਾਂ ਦੀ ਪਹਿਲਾਂ ਸੀਮਿਤ ਸੰਕਲਪ ਸੀਗਾ ਕਿ ਵੀ ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਨੂੰ ਅਧਿਕਾਰ ਚਾਹੀਦਾ, ਜਿਹਨੂੰ ਆਪਾਂ ਕਹਿੰਦੇ ਖੁਦ ਮੁਖਤਿਆਰੀ ਚਾਹੀਦੀ ਹੈਗੀ। ਔਰ ਤੱਕ ਜਿਹੜੀ ਹਾਈ ਕਮਾਂਡ ਹੈਗਾ, ਉਹਦਾ ਛੱਪਾ ਜਿਵੇਂ ਕਾਂਗਰਸ 'ਚ ਹੈ, ਅਕਾਲੀਆਂ 'ਚ
ਜਾਂ ਹੋਰ ਪਾਰਟੀ ਉਹ ਨਾ ਹੋਵੇ। ਬਿਲਕੁਲ ਸਹੀ ਗੱਲ ਸੀ ਉਹਨਾਂ ਦੀ। ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਆਪਣੀ ਬਹਿਸ ਵਾਸਤੇ ਹੋਏ ਨੇ, ਉਹਨਾਂ ਨੇ ਵੀ ਉਹ ਵੀ ਹੋਰ ਅੱਗੇ ਵਿਕਸਿਤ ਹੋਏ, ਅਸੀਂ ਵੀ ਵਿਕਸਿਤ ਹੋਏ, ਤਾਂ ਜਿਹੜੀ ਉਹ ਸੀਮਤ ਮੰਗ ਸੀਗੀ ਕਿ ਪਾਰਟੀ ਅੰਦਰ ਖੁਦ ਮੁਖਤਿਆਰੀ ਤੋਂ ਵੱਧ ਕੇ ਉਹ ਭਾਰਤੀ ਸੰਘ ਅੰਦਰ ਪੰਜਾਬ ਦੀ ਖੁਦ ਮੁਖਤਿਆਰੀ, ਰਾਜਾਂ ਦੀ ਖੁਦ ਮੁਖਤਿਆਰੀ ਤੱਕ ਉਹਨਾਂ ਨੇ ਲੰਬਾ ਸਫ਼ਰ ਤੈਅ ਕੀਤਾ ਹੈਗਾ। ਅੱਜ ਬਦਕਿਸਮਤੀ ਨੂੰ ਸਾਡਾ ਇੱਕ ਬਹੁਤ ਤਗੜਾ ਸੰਗੀ ਸਾਥੀ ਜਿਹੜਾ ਕਿ ਪੰਜਾਬ ਦੀ ਖੁਦ ਮੁਖਤਿਆਰੀ ਦਾ, ਪੰਜਾਬ ਦੇ ਅਧਿਕਾਰਾਂ ਦਾ, ਰਾਜਾਂ ਦੇ ਵੱਧ ਅਧਿਕਾਰਾਂ ਦਾ, ਫੈਡਰਲਵਾਦ ਦਾ ਹਾਮੀ ਸੀਗਾ, ਅੱਜ ਉਹ ਕਾਂਗਰਸ ਦੇ ਵਿੱਚ ਚਲੇ ਗਏ ਨੇ। ਚਲੋ ਉਹਨਾਂ ਦੀ ਮਰਜ਼ੀ ਹੈ, ਮੈਂ ਤੁਹਾਡੇ ਕੁਝ ਨਹੀਂ ਕਹਿ ਸਕਦਾ। ਲੋਕਾਂ ਦਾ ਕੀ, ਜਿਹਨਾਂ ਲੋਕਾਂ ਨੂੰ ਸੁਪਨੇ ਦਿਖਾਏ ਨੇ ਉਹ ਕਿਸੇ ਪਾਸੇ ਜਾ ਸਕਦੇ ਨੇ, ਉਹਨਾਂ ਦਾ ਰਾਈਟ ਹੈ, ਕੋਈ ਵਿਅਕਤੀ ਕਿੱਧਰ ਵੀ ਜਾ ਸਕਦਾ, ਪਰ ਲੋਕਾਂ ਦਾ ਕੀ ਹੈ? ਲੋਕ ਇਹਨਾਂ ਪਿੱਛੇ ਲੱਗੇ ਨਾ, ਲੋਕਾਂ ਨੇ ਸ਼ੰਭੂ ਮੋਰਚੇ ਦੀ ਆਵਾਜ਼ ਚੱਕੀ ਸੀ, ਪਿੱਛੇ ਲੱਗੇ ਵੀ ਠੀਕ ਹੈ ਜੀ ਖਹਿਰਾ ਸਾਹਿਬ ਸਾਨੂੰ ਖੁਦ ਮੁਖਤਿਆਰੀ ਦਿਲਾਉਣਗੇ, ਅਸੀਂ ਖਹਿਰਾ ਸਾਹਿਬ ਦੇ ਨਾਲ ਆ। ਤੁਸੀਂ ਤਾਂ ਬੜੀ ਆਸਾਨੀ ਨਾਲ ਕਹਿ ਦਿੱਤਾ ਹੁਣ ਵੀ ਠੀਕ ਹੈ ਉਹ ਜਾ ਸਕਦੇ ਨੇ, ਪਰ ਲੋਕਾਂ ਦਾ ਕੀ ਹੈ? ਦੇਖੋ ਖਹਿਰਾ ਸਾਹਿਬ ਦੇ ਜਾਣ ਨਾਲ ਜੋ ਇੱਕ ਬਹੁਤ ਵੱਡਾ ਨੁਕਸਾਨ ਹੋਇਆ ਕਿ ਲੋਕਾਂ ਦਾ ਸਿਆਸੀ ਲੀਡਰਾਂ ਤੇ ਜੋ ਨਿਚਾ ਹੈਗਾ, ਵਿਸ਼ਵਾਸ ਹੈਗਾ, ਉਹ ਤਿੜਕਿਆ ਹੈਗਾ। ਔਰ ਖਹਿਰਾ ਸਾਹਿਬ ਤਾਂ ਇੱਕ ਮਤਲਬ ਉਹਨਾਂ ਦੇ ਜਾਣ ਨਾਲ ਤਾਂ ਬਹੁਤ ਜ਼ਿਆਦਾ ਤਿੜਕਿਆ, ਕਿਉਂਕਿ ਪਿਛਲੇ 3-4 ਸਾਲ ਤੋਂ ਲਗਾਤਾਰ ਉਹ ਪੰਜਾਬ ਦੀਆਂ ਮੰਗਾਂ ਤੇ, ਪੰਜਾਬ ਦੀਆਂ ਜੋ ਕੇਂਦਰ ਰਾਜ ਸੰਬੰਧਾਂ ਤੇ ਔਰ ਪੰਜਾਬ ਦੀ ਖੁਦ ਮੁਖਤਿਆਰੀ ਵਿੱਚ ਰਾਜਾਂ ਨੂੰ ਆਪਣੇ ਆਪ ਨੂੰ ਆਪਣੇ ਸਾਧਨਾਂ ਸਰੋਤਾਂ ਤੋਂ ਉਹਨਾਂ ਦੀ ਇੰਤਜ਼ਾਮ ਕਰਨ ਦਾ, ਉਹਨਾਂ ਨੂੰ ਸੰਭਾਲਣ ਦਾ ਹੱਕ ਹੋਣਾ ਚਾਹੀਦਾ ਕਿ ਭਾਰਤੀ ਸੰਘ ਦੇ ਅੰਦਰ, ਭਾਰਤੀ ਸੰਘ ਤੋਂ ਬਾਹਰ ਨਹੀਂ ਮੈਂ ਕਹਿ ਰਿਹਾ, ਭਾਰਤੀ ਸੰਘ ਦੇ ਅੰਦਰ ਰਹਿ ਕੇ ਸਾਨੂੰ ਹੱਕ ਹੋਣਾ ਚਾਹੀਦਾ ਕਿ ਜਿੰਨੇ ਸਾਡੇ ਸੰਵਿਧਾਨਕ ਅਧਿਕਾਰ ਹੈ ਉਹ ਵੀ ਮਿਲਣ ਤੇ ਉਸ ਤੋਂ ਵੱਧ ਸਾਨੂੰ ਅਧਿਕਾਰ ਮਿਲਣ, ਤਾਂ ਕਿ ਰਾਜ ਪ੍ਰਫੁੱਲਤ ਹੋ ਸਕਣ, ਆਪਣੇ ਸੰਕਟਾਂ ਦੇ ਹੱਲ ਪਾ ਸਕਣ ਔਰ ਇੱਕ ਵੈਲਫੇਅਰ ਸਟੇਟ, ਇੱਕ ਜਿਹਨੂੰ ਕਹਿੰਦੇ ਆ ਕਿ ਇੱਕ ਲੋਕ ਹਿਤਕਾਰੀ ਰਾਜ ਦੇ ਤੌਰ ਤੇ ਆਪਣੇ ਆਪ ਨੂੰ ਅੱਗੇ ਤੋਰ ਸਕਣ, ਲੋਕਾਂ ਦੀ ਆਸਾਂ ਮੰਗਾਂ ਤੇ ਖਰੇ ਉਤਰ ਸਕਣ। ਸੋ ਖਹਿਰਾ ਸਾਹਿਬ ਦੇ ਜਾਣ ਨਾਲ ਸੱਚਮੁੱਚ ਹੀ ਤੁਸੀਂ ਬਿਲਕੁਲ ਠੀਕ ਕਿਹਾ, ਇੱਕ ਬਹੁਤ ਵੱਡੀ ਸੱਟ ਵੱਜੀ ਹੈ ਲੋਕਾਂ ਦੇ ਵਿਸ਼ਵਾਸ ਨੂੰ ਕਿ ਕਿਵੇਂ ਹੌਲੀ ਹੌਲੀ ਬਹਾਲ ਹੋਊਗੀ। ਲੋਕੀ ਬਹੁਤ ਕੁਝ ਦੇਖਿਆ, ਪਹਿਲਾਂ ਵੀ ਦੇਖਿਆ, ਹੁਣ ਵੀ ਦੇਖ ਰਹੇ ਨੇ। ਚਲੋ ਕੋਈ ਗੱਲ ਨਹੀਂ, ਇਹ ਤਾਂ ਵਿਅਕਤੀਗਤ ਫੈਸਲੇ ਹੈਗੇ ਆ, ਤੁਸੀਂ ਬਹੁਤਾ ਦਖਲ ਨਹੀਂ ਦੇ ਸਕਦੇ, ਨਾ ਹੀ ਕਿਸੇ ਨੂੰ ਉਸ ਤਰ੍ਹਾਂ ਤੁਸੀਂ ਭੰਡ ਸਕਦੇ ਆ। ਬਹੁਤ ਉਹ ਦੇਖੋ ਕਾਂਗਰਸ ਜਾ ਕੇ ਕੀ ਕਰਦੇ ਨੇ। ਲੋਕੀ ਸਵਾਲ ਕਰਦੇ ਨੇ, ਹੁਣ ਲੋਕੀ ਸਵਾਲ ਕਰਦੇ ਨੇ ਖਹਿਰਾ ਸਾਹਿਬ। ਹਾਂ ਨਹੀਂ, ਸਵਾਲ ਕਰਦੇ ਨੇ, ਲੋਕਾਂ ਦੇ ਸਵਾਲ ਕਰਨੇ ਵਾਜਬ ਵੀ ਹੈਗੇ ਆ। ਲੋਕਾਂ ਨੇ ਉਹਨਾਂ ਨੇ 3-4 ਸਾਲ ਲਗਾਤਾਰ ਅਸੀਂ UAPA ਦੇ ਖਿਲਾਫ ਇਕੱਠੇ ਸਾਂਝੇ ਕੰਮ ਕਰਨ ਤੋਂ ਲੈ ਕੇ ਪੰਜਾਬ ਦੀ ਬਹੁਤ ਵੱਡੀ ਕਨਵੈਨਸ਼ਨ ਕੀਤੀ, ਇਕੱਠੇ ਚੋਣ ਲੜੀ ਹੈ ਇਹਨਾਂ ਮੁੱਦਿਆਂ ਤੇ, ਪੰਜਾਬ ਦੇ ਮੁੱਦਿਆਂ ਤੇ ਔਰ ਪੰਜਾਬ ਦੀ ਖੁਦ ਮੁਖਤਿਆਰੀ ਦਾ ਮੁੱਦਾ ਬਣਾ ਕੇ ਚੋਣ ਲੜੀ। ਅਸੀਂ PDA ਬਣਾਇਆ, ਸਾਨੂੰ ਲੋਕਾਂ ਨੇ 10.6% ਵੋਟ ਸ਼ੇਅਰ ਦਿੱਤਾ ਹੈਗਾ ਔਰ ਇਹ ਵਰਣਨਯੋਗ ਹੈਗਾ ਕਿ ਮਨਪ੍ਰੀਤ ਬਾਦਲ ਹੋਣ ਦੀ ਕਿੰਨੀ ਹਵਾ ਸੀਗੀ, ਉਹਨਾਂ ਨੂੰ ਵੀ 5.5% ਵੋਟ ਸ਼ੇਅਰ ਮਿਲਿਆ ਸੀ, ਜਦਕਿ PDA ਨੂੰ 10.6% ਵੋਟ ਸ਼ੇਅਰ ਮਿਲਿਆ ਸੀਗਾ। ਸੋ ਲੋਕਾਂ 'ਚ ਇੱਕ ਹੂਕ ਹੈਗੀ ਹੈ ਪੰਜਾਬ ਵਾਸਤੇ, ਇੱਕ ਦਰਦ ਹੈ ਪੰਜਾਬ ਵਾਸਤੇ, ਪੰਜਾਬ ਦੀਆਂ ਮੰਗਾਂ ਵਾਸਤੇ, ਪੰਜਾਬ ਦੀ ਜੋ ਹਾਲਤ ਜੋ ਜਿੰਨੀ ਖਸਤਾ ਹੋ ਚੁੱਕੀ ਹੈਗੀ ਉਹਦੇ ਕਲਿਆਣ ਉਹਦੇ ਵਿੱਚੋਂ ਨਿਕਲਣ ਵਾਸਤੇ ਲਗਾਤਾਰ ਪੰਜਾਬੀ ਇੱਕ ਕਦੀ ਬਲਵੰਤ ਰਾਮੂਵਾਲ ਦੀ ਪਾਰਟੀ ਲੋਕ ਭਲਾਈ ਪਾਰਟੀ ਮਗਰ ਲੱਗ ਕੇ, ਕਦੀ ਮਨਪ੍ਰੀਤ ਬਾਦਲ ਹੋਰਾਂ ਦੀ ਪੀਪਲ ਪਾਰਟੀ ਪੰਜਾਬ ਮਗਰ ਲੱਗ ਕੇ, ਕਦੀ ਆਮ ਆਦਮੀ ਪਾਰਟੀ ਮਗਰ ਲੱਗ ਕੇ, ਕਦੀ ਉਹ ਸਾਡੇ ਮਗਰ ਲੱਗ ਕੇ, ਲੋਕ ਇਸ ਖਲਜਗਣ ਚੋਂ ਇਸ ਜਿਹੜੀ ਹੈ ਉੱਤਰ ਕਾਟੋ ਮੈਚਰਾਂ ਦੀ ਖੇਡ, ਅਕਾਲੀਆਂ ਕਾਂਗਰਸਾਂ ਤੇ ਭਾਜਪਾ ਦੀ ਜੋ ਇਹਨਾਂ ਦੀ ਆਪਸ ਵਿੱਚ ਜੋ 5 ਸਾਲ ਬਾਰੀ ਬਣ ਕੇ ਪੰਜਾਬ ਨੂੰ ਲੁੱਟਦੇ ਕੁੱਟਦੇ ਚੱਟਦੇ ਚੂੰਡਦੇ ਆਏ ਨੇ, ਉਸ ਤੋਂ ਖਹਿੜਾ ਛਡਾਉਣ ਦੀ ਤਾਂਘ ਹੈ, ਪ੍ਰਬਲ ਤਾਂਘ ਹੈ, ਉਹ ਪੰਜਾਬੀਆਂ 'ਚ ਵੀ ਤੇ ਪ੍ਰਵਾਸੀ ਪੰਜਾਬੀ ਬਹੁਤ ਜ਼ਿਆਦਾ ਹੈਗੀ ਹੈ। ਪਰ ਬਦਕਿਸਮਤੀ ਨੂੰ ਅੱਜ ਤੱਕ ਲੋਕਾਂ ਦੀ ਆਸ ਤੇ ਬੂਰ ਨਹੀਂ ਪਿਆ ਔਰ ਇੱਕ ਤੋਂ ਬਾਅਦ ਦੂਜੀ ਸ਼ਿਕਸਤ ਹੀ ਲੋਕਾਂ ਦੇ ਪੱਲੇ ਪਈ ਹੈ, ਜਿਸ ਦਾ ਕਾਰਨ ਹੈਗਾ ਕਿ ਅੱਜ ਪੰਜਾਬ ਨੇ ਇਹ ਗੱਲ ਮੰਨ ਲਈ ਹੈ ਕਿ ਸਾਡੀ ਜਿਹੜੀ ਜੂਨ ਹੈ ਇਹ ਨਹੀਂ ਸੁਧਰਨੀ, ਪ੍ਰਵਾਸ ਇੱਕ ਰਸਤਾ ਹੈਗਾ। ਇਹੀ ਕਾਰਨ ਹੈ ਕਿ ਹਰ ਸਾਲ 2-2.5 ਲੱਖ ਬੱਚਾ ਘਰ ਦੀ ਜ਼ਮੀਨ, ਜੱਦੀ ਜ਼ਮੀਨ ਵੇਚ ਕੇ, ਮਾਂ ਪਿਓ ਨੂੰ ਟੰਗ ਕੇ ਵੀ, ਔਖੇ ਸੌਖੇ ਹੋ ਕੇ ਵੀ, ਗਲਤ ਡੌਂਕੀ ਰੂਟ ਤੋਂ ਜਾ ਕੇ ਰਸਤੇ ਮਰ ਕੇ ਵੀ, ਮਾਲਟਾ ਵਰਗੇ ਠੰਡੇ ਸਮੁੰਦਰਾਂ 'ਚ ਡੁੱਬ ਕੇ ਵੀ ਅੱਜ ਉਹ ਪੰਜਾਬ ਦੀ ਧਰਤੀ ਛੱਡਣ ਵਾਸਤੇ ਮਜਬੂਰ ਹੋਇਆ। ਤੇ ਇਸ ਕਰਕੇ ਮਜਬੂਰ ਹੋਇਆ ਕਿ ਲੋਕਾਂ ਨੇ ਪਿਛਲੇ 15 ਸਾਲ ਤੋਂ ਕਦੇ ਇੱਕ, ਕਦੇ ਦੂਜੇ, ਕਦੇ ਤੀਜੇ, ਕਦੇ ਚੌਥੇ ਬਦਲ ਦੇ ਤੌਰ ਤੇ ਇੱਕ ਤੀਜਾ ਬਦਲ ਕਿਆਸਿਆ, ਉਹਦੇ ਵਾਸਤੇ ਕੰਮ ਕੀਤਾ, ਮਿਹਨਤ ਕੀਤੀ, ਪੈਸੇ ਵੀ ਲਾਏ, ਜੁੱਤੀਆਂ ਵੀ ਖਿਲਾਈਆਂ ਹੈਗੀਆਂ, ਪਰ ਬਦਕਿਸਮਤੀ ਲੋਕਾਂ ਦੀ ਜਿਹੜੀ ਕੋਸ਼ਿਸ਼ਾਂ ਸੀ ਉਹਨੂੰ ਬੂਰ ਨਹੀਂ ਪਿਆ। ਪਰ ਇਸ ਦਾ ਮਤਲਬ ਕਿਤੇ ਹੀ ਨਹੀਂ ਹੈਗਾ ਕਿ ਜਿਹੜੀ ਮੌਜੂਦਾ ਸਿਆਸਤ ਦਾ ਚੌਕਟਾ 70 ਸਾਲ ਦਾ ਫਰੇਮਵਰਕ ਹੈਗਾ, ਜੋ ਅਕਾਲੀ ਭਾਜਪਾ ਗਠਜੋੜ ਤੇ ਕਾਂਗਰਸ ਜੋ ਹੁਣ ਤੱਕ ਕਰਦੀ ਆਈ ਹੈ, ਜੋ ਪੰਜਾਬ ਨਾਲ ਜਾਂ ਰਾਜਾਂ ਦੇ ਅਧਿਕਾਰ ਖੋਹੇ ਨੇ, ਰਾਜਾਂ ਨੂੰ ਨਿਸਲ ਕੀਤਾ, ਨਕਾਰਾ ਕੀਤਾ, ਕੰਡਮ ਕੀਤਾ, ਲੁੱਟਿਆ ਪੁੱਟਿਆ ਹੈਗਾ ਔਰ ਰਾਜ ਦੇ ਅਧਿਕਾਰ ਖੋ ਕੇ ਦਿੱਲੀ ਜਾ ਕੇ ਜਾ ਵੜੇ ਨੇ। ਇਸ ਦਾ ਮਤਲਬ ਕਿਤੇ ਹੀ ਨਹੀਂ ਹੈਗਾ ਕਿ ਉਹ ਸਿਆਸਤ ਪੰਜਾਬ ਦਾ ਭਲਾ ਕਰ ਦਊਗੀ, ਚਾਹੇ ਅੱਜ ਕਰ ਲਓ, ਚਾਹੇ 10 ਸਾਲ ਨੂੰ ਕਰ ਲਓ, 15 ਸਾਲ ਨੂੰ ਕਰ ਲਿਓ। ਪੰਜਾਬ ਨੂੰ ਨਵੀਂ ਸਿਆਸਤ ਦੀ ਲੋੜ ਹੈ, ਖੇਤਰੀ ਪਾਰਟੀ ਦੀ ਲੋੜ ਹੈ ਔਰ ਖੇਤਰੀ ਪਾਰਟੀ ਪੁਰਾਣੀ ਖੇਤਰੀ ਪਾਰਟੀ ਅਕਾਲੀ ਦਲ ਨਹੀਂ ਹੋ ਸਕਦੀ, ਜਿਹੜੀ ਆਤਮਸਾਤ ਹੋ ਚੁੱਕੀ ਭਾਰਤੀ ਕਾਰਪੋਰੇਟ ਸੈਕਟਰ ਨਾਲ ਆਰਥਿਕ ਤੌਰ ਤੇ ਹਿੰਦੂਵਾਦੀ ਪਾਰਟੀ ਨਾਲ, ਹਾਲਾਂਕਿ ਹੁਣ ਟੈਂਪਰੇਰੀ ਤੌਰ ਤੇ ਤੋੜ ਵਿਛੋੜਾ ਹੋਇਆ ਹੈਗਾ, ਉਹਦੇ ਨਾਲ ਆਤਮਸਾਤ ਹੋ ਚੁੱਕੀ ਸਿਆਸੀ ਤੌਰ ਤੇ।
ਆਤਮਸਾਤ ਹੋ ਚੁੱਕੀ ਸੀ। ਹੁਣ ਮਜਬੂਰੀ ਬਸ ਜੋ ਦੇਖਿਆ ਕਿ ਲੋਕ ਚਿਮਟੇ ਨਾਲ ਛੂਹਣ ਨੂੰ ਵੀ ਤਿਆਰ ਨਹੀਂ ਹੈਗਾ ਤਾਂ ਉਹਨਾਂ ਮਜਬੂਰੀ ਬਸ ਤੋਂ ਸਮਝੌਤਾ ਤੋੜਿਆ ਹੈਗਾ। ਪਰ ਅਜੇ ਵੀ ਜੇ ਤੁਸੀਂ ਕਹੋ ਕਿ ਉਹ ਪੰਜਾਬ ਦੇ ਖੇਤਰੀ ਹਿੱਤਾਂ ਨੂੰ ਪ੍ਰਣਾਈ ਹੋਈ ਪਾਰਟੀ ਹੈ, ਕਿਸਾਨੀ ਨੂੰ ਪ੍ਰਣਾਈ ਹੋਈ ਪਾਰਟੀ ਹੈਗੀ, ਜੋ ਉਹ ਪਾਰਟੀ ਜਿਹੜੀ ਅੱਜ ਤੋਂ 20-30 ਸਾਲ ਪਹਿਲਾਂ ਅਨੰਦਪੁਰ ਦਾ ਮਤਾ ਲੈ ਕੇ ਆਉਂਦੀ ਹੈ, ਰਾਜਤਵਾਦ ਅਧਿਕਾਰਾਂ ਦੀ ਗੱਲ ਕਰਦੀ ਹੈ ਔਰ ਭਾਰਤੀ ਸਿਆਸਤ ਦਾ ਧੁਰਾ ਬਣਦੀ ਹੈ ਇਸ ਮੁੱਦੇ ਉੱਤੇ, ਉਹ ਪਾਰਟੀ ਅਕਾਲੀ ਖਤਮ ਹੈਗੀ ਹੈ। ਤੁਹਾਨੂੰ ਨਵੀਂ ਖੇਤਰੀ ਪਾਰਟੀ ਦੀ ਲੋੜ ਹੈ। ਅੱਜ ਜੋ ਖਹਿਰਾ ਸਾਹਿਬ ਉਹਦਾ ਹਿੱਸਾ ਬਣਦੇ ਬਹੁਤ ਚੰਗੀ ਗੱਲ ਸੀ। ਜੇ ਕਾਂਗਰਸ ਚੱਲ ਗਏ ਤਾਂ ਹੋਰ ਤੇ ਨਾ ਉੱਠਣਗੀਆਂ, ਗੱਲ ਨਹੀਂ ਤਾਂ ਹੋਰ ਹੋਊਗਾ, ਉਹ ਨਹੀਂ ਤਾਂ ਹੋਰ ਹੋਊਗਾ, ਪਰ ਪੰਜਾਬ ਦਾ ਕਲਿਆਣ ਇਸ ਤੋਂ ਬਗੈਰ ਨਹੀਂ ਹੋ ਸਕਦਾ। ਅੱਛਾ, ਬੀਐਸਪੀ ਨੂੰ ਕਿਦਾਂ ਦੇਖਦੇ ਹੋ? ਅਕਾਲੀ ਦਲ ਨਾਲ ਸਮਝੌਤਾ ਹੋ ਗਿਆ, 1996 ਚ ਸਮਝੌਤਾ ਹੋਇਆ ਸੀ, 97 ਚ ਤੋੜ ਦਿੱਤਾ ਸੀ। ਉਸ ਤੋਂ ਬਾਅਦ 97 ਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਬੀਜੇਪੀ ਨਾਲ ਗੱਠਜੋੜ ਕਰਦੀ ਹੈ। ਕਿ ਬੀਐਸਪੀ ਦਾ ਸਮਝੌਤਾ ਅਕਾਲੀ ਦਲ ਜੋ ਦਲਿਤ ਨੇ ਪੰਜਾਬ ਦੇ ਸਮੱਸਿਆਵਾਂ ਹੱਲ ਹੋ ਜਾਣਗੀਆਂ, ਕਿ ਸਮੱਸਿਆ ਹੱਲ ਹੋ ਜੂਗੀ ਇਹਦੇ ਨਾਲ? ਕਿਤੇ ਹੀ ਨਹੀਂ ਹੁੰਦੀ। ਚਾਹੇ ਤਾਂ ਬੀਐਸਪੀ ਤੇ ਅਕਾਲੀ ਦਲ ਜੁੜ ਜਾਣ, ਚਾਹੇ ਅਕਾਲੀ ਦਲ ਚਾਹੇ ਬੀਐਸਪੀ ਦੇ ਕਿਸੇ ਲੀਡਰ ਨੂੰ ਜਾਂ ਦਲਿਤ ਲੀਡਰ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿਓ, ਉਪ ਮੁੱਖ ਮੰਤਰੀ ਬਣਾ ਦਿਓ, ਬਿਲਕੁਲ ਇਹ ਗੱਲਾਂ ਬਿਲਕੁਲ ਇਹਨਾਂ 'ਚ ਗੱਲਾਂ ਕੋਈ ਤੰਤ ਨਹੀਂ ਹੈਗਾ। ਕਿਉਂਕਿ ਕਿਸੇ ਵਿਅਕਤੀ ਵਿਸ਼ੇਸ਼ ਦੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਬਣਨ ਨਾਲ ਜਾਂ ਇੱਕ ਦਲਿਤ ਵੋਟ ਬੈਂਕ ਦਾ ਇੱਕ ਦੂਜੀ ਵੱਡੀ ਪਾਰਟੀ ਨਾਲ ਟੋਚਨ ਹੋਣ ਨਾਲ ਉਸ ਵਰਗ ਦਾ ਭਲਾ ਨਹੀਂ ਹੁੰਦਾ ਹੈਗਾ। ਕਿਹਨੂੰ ਨਹੀਂ ਪਤਾ ਹੈ ਕਿ ਜਦੋਂ ਦਿੱਲੀ 'ਚ ਸਿੱਖਾਂ ਦੀ ਨਸਲਕੁਸ਼ੀ ਹੋਈ 84 ਵਿੱਚ, ਜਦੋਂ ਸਿੱਖਾਂ ਦੇ ਕਤਲੇਆਮ ਹੋਇਆ ਹੈਗਾ, ਉਸ ਵੇਲੇ ਦੇਸ਼ ਦਾ ਜੋ ਰਾਸ਼ਟਰਪਤੀ ਸੀਗਾ ਗਿਆਨੀ ਜੈਲ ਸਿੰਘ ਸੀਗਾ। ਕਿਹਨੂੰ ਨਹੀਂ ਪਤਾ ਜਦੋਂ ਗੁਜਰਾਤ ਦੰਗੇ ਹੋਏ, 2000 ਮੁਸਲਮਾਨਾਂ ਨੂੰ ਕੋ ਕੇ ਮਾਰਿਆ ਗਿਆ, ਦੇਸ਼ ਦਾ ਰਾਸ਼ਟਰਪਤੀ ਉਸ ਵੇਲੇ ਅਬਦੁਲ ਕਲਾਮ ਸਾਹਿਬ ਸੀਗੇ। ਕਿਹਨੂੰ ਨਹੀਂ ਪਤਾ ਕਿ ਜਦ 19 ਵਿੱਚ ਪਿਛਲੇ 5-4 ਸਾਲ ਪਹਿਲਾਂ ਨੰਗੇ ਕਰਕੇ ਦਲਤਾਂ ਦੇ ਕੁੱਟ ਕੇ ਲਾਸਾਂ ਪਾਈਆਂ ਹੈਗੀਆਂ ਸਵਰਨ ਜਾਤਾਂ ਨੇ, ਉਦੋਂ ਦੇਸ਼ ਦਾ ਰਾਸ਼ਟਰਪਤੀ ਕੌਣ ਸੀ? ਕੋਵਿੰਦ ਸੀਗਾ, ਮਿਸਟਰ ਕੋਵਿੰਦ, ਜਿਹੜੇ ਅੱਜ ਕੱਲ੍ਹ ਰਾਸ਼ਟਰਪਤੀ ਹੈਗੇ। ਸੋ ਉੱਚੇ ਅਹੁਦਿਆਂ ਦੇ ਕਿਸੇ ਦਲਿਤ ਨੂੰ ਬਿਠਾ ਦੇਣਾ ਜਾਂ ਕਿਸੇ ਦਲਿਤ ਪਾਰਟੀ ਨਾਲ ਉਹਦੇ ਵੋਟ ਬੈਂਕ ਵਾਸਤੇ ਆਰਜੀ ਸਮਝੌਤੇ ਕਰ ਲੈਣੇ, ਇਹਨਾਂ ਦਲਿਤ ਭਰਾਵਾਂ ਦਾ ਬਿਲਕੁਲ ਕਲਿਆਣ ਨਹੀਂ ਹੋਣਾ। ਉਹਨਾਂ ਨੂੰ ਖੁਦ ਇੱਕ ਤਾਕਤ ਦੇ ਤੌਰ ਤੇ ਜਿਹੜੀ ਜਾਤ ਪਾਤੀ ਪ੍ਰਥਾ ਹੈਗੀ ਹੈ, ਜਿਹਦੇ ਪੰਜਾਬ ਵਿੱਚ ਬਹੁਤ ਸੰਭਾਵਨਾਵਾਂ ਹੈਗੀਆਂ ਖਤਮ ਕਰਨ ਦੀਆਂ, ਮਾਨਸਿਕ ਜਾਤ ਸਭੇ ਇੱਕ ਪਹਿਚਾਣ ਵੇ, ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸਿਓ ਬਾਰਾ ਜੀਓ, ਰੰਗਰੇਟੇ ਗੁਰੂ ਕੇ ਬੇਟੇ, ਬਹੁਤ ਲੰਬੀ ਚੌੜੀ ਪਰੰਪਰਾ ਪੰਜਾਬ ਦੀ ਸ਼ਾਨਦਾਰ ਪਰੰਪਰਾ ਹੈਗੀ ਜਾਤ ਪਾਤ ਨੂੰ ਖਤਮ ਕਰਨ ਦੀ। ਉਹ ਤੇ ਚੱਲਦੇ ਹੋਏ ਅੱਜ ਪੰਜਾਬੀਆਂ ਨੂੰ ਇਹ ਜਿਹੜੀ ਦਲਿਤਾਂ ਨੂੰ ਅੱਜ ਪੰਜਾਬੀ ਜਿਹੜੀ ਕੌਮ ਦੀ ਲੜਾਈ ਹੈ, ਪੰਜਾਬ ਨਾਲ ਲੋਕਾਂ ਦੀ ਲੜਾਈ ਹੈਗੀ ਹੈ, ਇਹ ਲੁਟੇਰਿਆਂ ਨਾਲ ਮਿਲ ਕੇ ਨਹੀਂ, ਇਹ ਹਾਕਮਾਂ ਨਾਲ ਮਿਲ ਕੇ ਨਹੀਂ, ਬਲਕਿ ਲੋਕ ਜਥੇਬੰਦੀਆਂ ਨਾਲ ਮਿਲ ਕੇ, ਲੋਕਾਂ ਦੇ ਹਿਤੈਸ਼ੀਆਂ ਨਾਲ ਮਿਲ ਕੇ ਲੜਨੀ ਚਾਹੀਦੀ ਹੈ। ਤਾਂ ਹੀ ਉਹਨਾਂ ਦਾ ਕਲਿਆਣ ਹੋਊਗਾ, ਤਾਂ ਹੀ ਜਾਤੀਵਾਦ ਤੇ ਇੱਕ ਸੱਟ ਵੱਜੂਗੀ ਔਰ ਤਾਂ ਹੀ ਸਮਾਜ ਸਾਵਾਂ ਤੇ ਬਰਾਬਰ ਹੋਊਗਾ। ਤੁਹਾਨੂੰ ਲੱਗਦਾ ਵੀ ਹੁਣ ਪੰਜਾਬੀ ਕਿਸ ਪਾਸੇ ਦੇਖਣ, ਪੰਜਾਬ ਦੇ ਲੋਕ ਕਿਸ ਪਾਸੇ ਦੇਖਣ? ਪੰਜਾਬ ਦੀ ਖੁਆਇਸ਼ ਪੂਰੀ ਨਹੀਂ ਹੋ ਰਹੀ ਤੀਜੇ ਬਦਲ ਪਿੱਛੋਂ। ਇੱਕ ਪਾਰਟੀ ਆਈ ਸੀ ਆਮ ਆਦਮੀ ਪਾਰਟੀ, ਤੁਸੀਂ ਵੀ ਹਿੱਸਾ ਰਹੇ ਸੀ, ਖੁਆਇਸ਼ ਉਦੋਂ ਵੀ ਪੂਰੀ ਨਹੀਂ ਹੋਈ। ਪੰਜਾਬ ਦੇ ਲੋਕ ਕਿੱਦਾਂ ਦੇਖਣ? ਬੜੀ ਲੰਮੀ ਖੁਆਇਸ਼ ਹੁੰਦੀ ਜਾ ਰਹੀ ਹੈ, ਬੜਾ ਲੰਮਾ ਸਮਾਂ ਹੋ ਗਿਆ। ਹਰ ਇੱਕ ਵਿਅਕਤੀ ਕੋਈ ਆਉਂਦਾ ਹੈ, ਸੁਪਨੇ ਦਿਖਾਉਂਦਾ, ਕਿਤੇ ਭੱਜ ਕੇ ਹੋਰ ਚਲਾ ਜਾਂਦਾ, ਜੰਪ ਮਾਰ ਕੇ ਹੋਰ ਚਲਾ ਜਾਂਦਾ ਕਿਤੇ, ਫਿਰ ਪੰਜਾਬ ਦਾ ਹਾਲ ਉਵੇਂ ਤੋਂ ਉਵੇਂ ਰਹਿ ਜਾਂਦਾ। ਕਿਹਨੂੰ ਦੇਖਦੇ ਹੋ ਪੰਜਾਬ ਦਾ ਭਲਾ ਕੌਣ ਕਰ ਸਕਦਾ? ਦੇਖੋ, ਪੰਜਾਬ ਦਾ ਭਲਾ ਇਸ ਤਰ੍ਹਾਂ ਬਹੁਤ ਮੁਸ਼ਕਿਲ ਹੈ ਕਹਿਣਾ ਕਿ ਕੌਣ ਕਰ ਸਕਦਾ ਹੈਗਾ। ਇੱਕ ਗੱਲ ਪੱਕੀ ਹੈ ਕਿ ਜਿਹੜੀਆਂ ਕੇਂਦਰੀਵਾਦੀ ਪਾਰਟੀਆਂ ਹੈਗੀਆਂ, ਚਾਹੇ ਅਕਾਲੀ ਭਾਜਪਾ ਹੈਗੇ ਆ, ਚਾਹੇ ਉਹ ਕਾਂਗਰਸ ਹੈਗੀ ਹੈ, ਇਹਨਾਂ ਕੋਲੋਂ ਪੰਜਾਬ ਦਾ ਭਲਾ, ਅਸਲ 'ਚ ਗੱਲ ਇਹ ਹੈ ਕਿ ਜੋ ਪੰਜਾਬ ਦਾ ਹਸ਼ਰ ਹੋਇਆ ਹੈਗਾ ਇਹਨਾਂ ਪਾਰਟੀਆਂ ਕਰਕੇ ਹਸ਼ਰ ਹੋਇਆ ਹੈਗਾ। ਇਹ ਭਲਾ ਕਿਵੇਂ ਕਰ ਲੈਣਗੇ? ਚਾਹੇ ਇੱਕ ਅਲਬਰਟ ਆਇਨਸਟਾਈਨ, ਇੱਕ ਦੁਨੀਆ ਭਰ ਦੇ ਸੁਪ੍ਰਸਿੱਧ ਸਭ ਤੋਂ ਮਸ਼ਹੂਰ ਭੌਤਿਕ ਵਿਗਿਆਨੀ ਹੋਏ ਨੇ, ਉਹਨਾਂ ਨੇ ਕਿਹਾ ਕਿ ਯੂ ਕੈਨ ਨਾਟ ਐਕਸਪੈਕਟ ਸੋਲੂਸ਼ਨਸ ਟੂ ਯੂਰ ਪ੍ਰੋਬਲਮਸ ਫਰੋਮ ਦੋਜ਼ ਹੂ ਕ੍ਰੀਏਟਡ ਦੈਮ, ਕਿ ਜਿਨ੍ਹਾਂ ਨੇ ਸਮੱਸਿਆਵਾਂ ਪੈਦਾ ਕੀਤੀਆਂ ਤੇ ਉਹਨਾਂ ਕੋਲ ਹੱਲ ਕਿਵੇਂ ਲੱਭ ਸਕਦੇ ਹੋ। ਸੋ ਅੱਜ ਇਹ ਸੋਚਣਾ ਕਿ ਕਾਂਗਰਸ ਭਲਾ ਕਰ ਦੇਊਗੀ, ਅਕਾਲੀ ਭਲਾ ਕਰ ਦੇਣਗੇ, ਭਾਜਪਾ ਭਲਾ ਕਰ ਦੇਊਗੀ, ਇਹ ਮੂਤ 'ਚੋਂ ਮੱਛੀਆਂ ਭਾਲਣ ਵਾਲੀ ਗੱਲ ਹੈ। ਇਹ ਸਿਰਫ ਝੋਟਿਆਂ ਦੇ ਘਰੋਂ ਲੱਸੀ ਭਾਲਣ ਵਾਲੀ ਗੱਲ ਹੈਗੀ। ਅਸਲ 'ਚ ਪੰਜਾਬ ਦੇ ਹਿੱਤਾਂ ਨੂੰ ਪੰਜਾਬ ਕੇਂਦਰ ਸਿਆਸਤ ਕਰਨ ਵਾਲੀ ਇੱਕ ਪੰਜਾਬ ਦੀ ਮਜ਼ਬੂਤ ਖੇਤਰੀ ਪਾਰਟੀ ਲੋੜ ਹੈ, ਜਿਸ ਪੰਜਾਬ ਦੇ ਤਿੰਨੇ ਘਟਕ ਸਿੱਖ, ਹਿੰਦੂ ਤੇ ਦਲਿਤ ਇੱਕ ਚਟਾਨ ਦੀ ਤਰ੍ਹਾਂ ਇਕੱਠੇ ਹੋਣ, ਇੱਕ ਬਹੁਤ ਤਕੜੀ ਤਾਕਤ ਬਣਨ ਔਰ ਪੰਜਾਬ ਦੇ ਹੱਕਾਂ ਵਾਸਤੇ ਸਾਂਝੇ ਤੌਰ ਤੇ ਸੰਘਰਸ਼ ਕਰਨ। ਚਾਹੇ ਹੱਕ ਪਾਣੀਆਂ ਦੇ ਹੈ, ਚਾਹੇ ਪਣ ਬਿਜਲੀ ਪ੍ਰੋਜੈਕਟਾਂ ਦੇ ਹੈ, ਚਾਹੇ ਚੰਡੀਗੜ੍ਹ ਰਾਜਧਾਨੀ ਦੇ ਹੈਗੇ ਹੈ, ਚਾਹੇ ਭਾਸ਼ਾਈ ਹੱਕ ਹੈਗੇ ਹੈ, ਚਾਹੇ ਧਾਰਮਿਕ ਹੱਕ ਹੈਗੇ ਹੈ ਪੰਜਾਬੀ ਲੋਕਾਂ ਦੇ, ਚਾਹੇ ਮਤਲਬ ਉਹ ਸੱਭਿਆਚਾਰਕ ਹੱਕ ਹੈਗੇ ਹੈ, ਉਹਦੇ ਵਾਸਤੇ ਮਜ਼ਬੂਤ ਖੇਤਰੀ ਪਾਰਟੀ ਲੋੜ ਹੈ। ਬਿਲਕੁਲ ਉਸ ਤਰ੍ਹਾਂ ਜਿਸ ਤਰ੍ਹਾਂ ਉਹ ਅੱਜ ਮਮਤਾ ਬੈਨਰਜੀ ਨੇ ਬੰਗਾਲੀ ਇੱਕ ਜੋ ਅਸਮਿਤਾ ਸੀਗੀ ਉਹਦੇ ਨਾਂ ਤੇ ਅੱਜ ਜਿਸ ਤਰ੍ਹਾਂ ਭਾਜਪਾ ਨੂੰ ਹਰਾਇਆ, ਉੱਥੋਂ ਭਜਾਇਆ, ਉੱਥੋਂ ਇਹਨਾਂ ਨੂੰ ਸਿਰ ਤੇ ਪੈਰ ਸਿਰ ਤੇ ਰੱਖ ਕੇ ਭੱਜਣਾ ਪਿਆ ਹੈਗਾ, ਉਸੇ ਤਰ੍ਹਾਂ। ਪਰ ਇੱਕ ਗੱਲ ਸਮਝਣ ਵਾਲੀ ਹੈ ਕਿ ਜੇ ਮਮਤਾ ਬੈਨਰਜੀ ਨੇ ਇਹ ਪ੍ਰਾਪਤੀ ਕੀਤੀ ਹੈ, ਐਡਾ ਬੜਾ ਇਲੈਕਸ਼ਨ ਜਿੱਤਿਆ ਹੈਗਾ, ਐਡੀ ਬੜੀ ਤਾਕਤ ਦੇ ਖਿਲਾਫ ਜਿੱਤਿਆ ਹੈਗਾ, ਤਾਂ ਮਮਤਾ ਬੈਨਰਜੀ ਨੇ 17 ਸਾਲ ਸੜਕਾਂ ਦੇ ਕੱਟੇ, 17 ਸਾਲ ਜ਼ਮੀਨੀ ਪੱਧਰ ਤੇ ਕੰਮ ਕੀਤਾ ਹੈਗਾ। ਤੇ ਜੇ ਆਪਾਂ ਸੋਚੀਏ ਕਿ ਆਪਾਂ ਇਹ ਕੰਮ ਅੱਜ ਦਿਨਾਂ 'ਚ ਪੂਰਾ ਕਰ ਲਵਾਂਗੇ ਜਾਂ ਇੱਕ ਇਲੈਕਸ਼ਨ ਦੇ ਜੋੜ ਤੋੜ ਨਾਲ ਪੂਰਾ ਕਰ ਲਾਂਗੇ, ਤਾਂ ਇਹ ਸੰਭਵ ਨਹੀਂ ਹੈ। ਇਹਦੇ ਵਾਸਤੇ ਜ਼ਮੀਨੀ ਪੱਧਰ ਤੇ ਪੰਜਾਬ ਹਿਤੈਸ਼ੀਆਂ ਨੂੰ ਲੜਨੀ ਪੈਣੀ ਹੈਗੀ ਹੈ, ਲੋਕਾਂ ਨੂੰ ਜਥੇਬੰਦ ਕਰਨਾ ਪੈਣਾ ਹੈਗਾ, ਇੱਕ
ਇੱਕ ਸਿਆਸੀ ਚੌਕਠਾ ਦੇਣਾ ਪੈਣਾ ਹੈਗਾ। ਉਸ ਚੌਕਠੇ ਸਪਸ਼ਟ ਕਹਿਣਾ ਪੈਣਾ ਕਿ ਸਾਨੂੰ ਜਿਹੜਾ ਮਤਲਬ ਭਾਰਤੀ ਸੰਘ ਦੇ ਅੰਦਰ ਖੁਦ ਮੁਖਤਿਆਰੀ ਚਾਹੀਦੀ ਹੈ, ਰਾਜ ਦੇ ਵੱਧ ਅਧਿਕਾਰ ਚਾਹੀਦੇ ਹੈ, ਜਿਹੜੇ ਅਧਿਕਾਰ ਖੋਏ ਵਾਪਸ ਚਾਹੀਦੇ ਹੈ, ਸਾਨੂੰ ਪਾਣੀਆਂ ਦੇ ਮੁਆਵਜ਼ੇ ਚਾਹੀਦੇ ਹੈ, ਸਾਨੂੰ ਰਾਜਧਾਨੀ ਚਾਹੀਦੀ ਸਾਡਾ ਮੁਕਤ ਹੈਗਾ ਚੰਡੀਗੜ੍ਹ, ਔਰ ਸਾਨੂੰ ਭਾਸ਼ਾਈ ਹੱਕ ਚਾਹੀਦੇ ਹੈ, ਸਾਨੂੰ ਪੰਜਾਬ ਦੇ ਉਹ ਸਾਰੇ ਹੱਕ ਚਾਹੀਦੇ ਜਿਹੜੇ ਖੋਏ ਗਏ, ਔਰ ਬਾਕੀ ਸਾਨੂੰ ਪਾਕਿਸਤਾਨ ਨਾਲ ਦੋਸਤੀ ਚਾਹੀਦੀ, ਅਮਨ ਚਾਹੀਦਾ, ਵਪਾਰ ਚਾਹੀਦਾ, ਤਾਂ ਕਿ ਅਸੀਂ ਪਾਕਿਸਤਾਨ ਨਾਲ ਦੋਸਤੀ ਕਰਕੇ, ਅਮਨ ਕਰਕੇ, ਵਪਾਰ ਕਰਕੇ, ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਜਿਹੜਾ CPEC ਹੈ ਉੱਥੋਂ ਪਹੁੰਚ ਕਰਕੇ ਗਵਾਦਰ ਸੀਪੋਰਟ ਤੇ ਪੁੱਜ ਕੇ ਅਸੀਂ ਮਿਡਲ ਈਸਟ ਤੇ ਸੈਂਟਰਲ ਏਸ਼ੀਆ ਦੇ 24-25 ਮੁਲਕਾਂ ਨੂੰ ਆਪਣਾ ਮਾਲ ਵੇਚ ਸਕੀਏ। ਪੰਜਾਬ ਦੇ ਕਿਸਾਨ, ਪੰਜਾਬ ਦੇ ਵਪਾਰੀ, ਪੰਜਾਬ ਦਾ ਨੌਜਵਾਨ ਸਭ ਨੂੰ ਕੰਮ ਮਿਲੂਗਾ, ਪੰਜਾਬ ਦੀ ਆਰਥਿਕ ਨੂੰ ਬਹੁਤ ਵੱਡਾ ਹਲਾਰਾ ਮਿਲੂਗਾ। ਅੱਜ ਉਹ ਪੰਜਾਬ ਜਿਹੜਾ ਅੱਜ ਕੰਗਲਾ ਪੰਜਾਬ ਹੈਗਾ, ਇਹ 5-4 ਸਾਲ ਦੀ ਗੱਲ ਹੈਗੀ ਹੈ, ਜਿਸ ਦੇ ਇੱਕ ਰੂਟ ਖੁੱਲਦਾ ਹੈਗਾ ਸਾਡੇ ਵਪਾਰ ਨੂੰ, ਸਾਡੀ ਖੇਤੀ ਵਸਤਾਂ ਨੂੰ, ਔਰ ਸਾਡੀ ਜਿਹੜੀਆਂ ਜਿਹੜੇ ਸਨਅਤ ਦੇ ਉਤਪਾਦ ਹੈਗੇ ਆ, ਤਾਂ ਲਾਜ਼ਮੀ ਤੌਰ ਤੇ ਪੰਜਾਬ ਦਾ ਸੰਕਟ ਦੂਰ ਹੋਊਗਾ, ਔਰ ਜਿਹੜੀਆਂ ਖੁਦਕਸ਼ੀਆਂ, ਭੁੱਖਮਰੀ, ਇਹ ਨਸ਼ੇ ਸਭ ਅਸੀਂ ਨੂੰ ਪੁੱਠਾ ਮੋੜਾ ਪਊਗਾ। ਮੈਂ ਇੱਕ ਆਖਰੀ ਸਵਾਲ ਹੈ ਕਿ ਲੱਗਦਾ ਹੁਣ ਪੰਜਾਬ ਦੇ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਨੇ। ਇੱਕ ਆਖਰੀ ਸਵਾਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਨੇ, ਜੇ ਲੀਡਰ ਆਉਂਦਾ, ਜੇ ਲੀਡਰ ਵੋਟ ਮੰਗਣ ਆਉਂਦੇ ਨੇ, ਸਵਾਲ ਕਰਨਾ ਵੀ ਲੋਕਾਂ ਦਾ ਹੱਕ ਬਣਦਾ ਹੈ ਕਿ ਜੇ ਕਿਸੇ ਨੇ ਵੀ ਸਿਆਸੀ ਪਾਰਟੀ ਵਿੱਚ ਆਉਣਾ, ਸੱਤਾ ਦਾ ਆਨੰਦ ਲੈਣਾ, ਉਹ ਕੇਂਦਰ ਸਰਕਾਰ ਦੇ ਅੱਗੇ ਗੋਡੇ ਨਾ ਟੇਕੇ। ਜੇ ਕੇਂਦਰ ਸਰਕਾਰ ਦੇ ਅੱਗੇ ਗੋਡੇ ਟੇਕ ਲਏ, ਪੰਜਾਬ ਕਦੀ ਵੀ ਖੁਦ ਮੁਖਤਿਆਰੀ ਨਹੀਂ ਕਰ ਸਕਦਾ, ਪੰਜਾਬ ਨੂੰ ਉਹਦੇ ਹੱਕ ਨਹੀਂ ਮਿਲ ਸਕਦੇ। ਇਹ ਹੁਣ ਲੋਕਾਂ ਨੂੰ ਸਵਾਲ ਕਰਨਾ ਚਾਹੀਦਾ। ਬਿਲਕੁਲ ਕਰਨਾ ਚਾਹੀਦਾ ਕਿ ਜਿਹੜੇ ਹੁਣ ਤੱਕ ਪੰਜਾਬ ਦੇ ਹੱਕ ਖੁਆਏ ਹੈਗੇ ਆ, ਦਿੱਤੇ ਆ ਕੇਂਦਰ ਨੂੰ, ਚਾਹੇ ਪਾਣੀ ਲਟਵਾਏ ਹੈਗੇ, ਚਾਹੇ ਢਾਹ 88-80 ਦੀਨ ਪਣ ਬਿਜਲੀ ਪ੍ਰੋਜੈਕਟ ਜਿੱਥੋਂ 80 ਪੈਸੇ ਯੂਨਿਟ ਬਿਜਲੀ ਮਿਲਦੀ ਹੈਗੀ ਹੈ, ਉਹ ਕੇਂਦਰ ਨੂੰ ਦੇ ਕੇ ਰਾਜਸਥਾਨ ਤੇ ਦਿੱਲੀ ਨੂੰ ਜਾ ਰਹੀ ਹੈ। ਸਾਨੂੰ ਸਿਰਾਂ 'ਚ ਕੋਲੇ ਦੀ ਸੁਆਹ ਪਾ ਕੇ 9 ਰੁਪਏ ਯੂਨਿਟ ਬਿਜਲੀ ਸਾਨੂੰ ਦਵਾਈ ਜਾ ਰਹੀ ਹੈਗੀ ਹੈ ਇੱਥੋਂ ਦੇ ਲੋਕ, ਸਥਾਨਕ ਹਾਕਮਾਂ ਵੱਲੋਂ, ਚਾਹੇ ਹਾਕਮ ਕਾਲੀ ਹੋਣ ਜਿਹੜੇ ਸਮਝੌਤੇ ਕਰਕੇ ਗਏ, ਚਾਹੇ ਹਾਕਮ ਕਾਂਗਰਸੀ ਹੋਣ ਜਿਹਨਾਂ ਸਮਝੌਤੇ ਰੱਦ ਨਹੀਂ ਹੁਣ ਤੱਕ ਕੀਤੇ ਹੈਗੇ ਆ। ਵਾਅਦਾ ਕਰਕੇ ਆਏ ਸੀ ਰੱਦ ਕਰਾਂਗੇ, ਜਿਹੜੇ ਸ਼ਰਮਨਾਕ ਸਮਝੌਤੇ ਹੈ, ਪੰਜਾਬ ਵਿਰੋਧੀ, ਲੋਕ ਵਿਰੋਧੀ ਸਮਝੌਤੇ ਹੈਗੇ ਆ। ਸੋ ਪੰਜਾਬ ਦੇ ਲੋਕਾਂ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿ ਤੇ ਤੁਸੀਂ ਸਾਨੂੰ ਵਾਅਦਾ ਕਰੋ ਕਿ ਤੁਸੀਂ ਪੰਜਾਬ ਦੇ ਹੱਕਾਂ ਦੀ ਜ਼ੋਰਦਾਰ ਆਵਾਜ਼ ਬੁਲੰਦ ਕਰੋਗੇ। ਜਿੰਨੇ ਪੰਜਾਬ ਦੇ ਅਧਿਕਾਰ ਹੈਗੇ ਰਾਜ ਦੇ ਤੌਰ ਤੇ, ਬਾਕੀ ਰਾਜਾਂ ਨਾਲ ਮਿਲ ਕੇ ਬੁਲੰਦ ਆਵਾਜ਼ ਕਹੋਗੇ ਕਿ ਪੰਜਾਬ ਨੂੰ, ਇੰਡੀਆ ਨੂੰ ਫੈਡਰਲ ਇੰਡੀਆ ਚਾਹੀਦਾ, ਔਰ ਪੰਜਾਬ ਜਮਹੂਰੀ ਚਾਹੀਦਾ। ਦਲਿਤਾਂ ਨੂੰ, ਔਰਤਾਂ ਨੂੰ, ਨੌਜਵਾਨਾਂ ਨੂੰ ਉਹਦੇ ਬਰਾਬਰ ਦੇ ਹੱਕ ਚਾਹੀਦੇ। 21ਵੀਂ ਸਦੀ ਦੇ ਹਾਣ ਦਾ ਪੰਜਾਬ ਚਾਹੀਦਾ, ਵਿਗਿਆਨ ਦੇ ਹਾਣ ਦਾ ਪੰਜਾਬ ਚਾਹੀਦਾ। ਸਾਨੂੰ ਨਵਾਂ ਪੰਜਾਬ ਚਾਹੀਦਾ, ਨਾ ਕਿ ਜਿਹੜਾ ਮਤਲਬ 19ਵੀਂ ਸਦੀ ਦਾ ਪੰਜਾਬ ਸਾਨੂੰ ਕਿਤੇ ਹੀ ਮਨਜ਼ੂਰ ਨਹੀਂ ਹੈਗਾ। ਸਾਨੂੰ ਨਵੇਂ ਦੇ ਸਿੱਧੇ ਛੂਹਣ ਵਾਲਾ ਪੰਜਾਬ ਸਾਡੀ ਲੋੜ ਹੈਗੀ। ਤੁਸੀਂ ਸਾਰੀ ਗੱਲਬਾਤ ਸੁਣੀ ਹੈ। ਸਾਡੇ ਨਾਲ ਮੌਜੂਦ ਸਨ ਡਾਕਟਰ ਧਰਮਵੀਰ ਗਾਂਧੀ। ਸਵਾਲ ਇੱਕੋ ਹੀ ਹੈ, ਫੈਡਰਲ ਢਾਂਚੇ ਦੀ ਗੱਲ ਆਉਂਦੀ ਹੈ, ਖੁਦ ਮੁਖਤਿਆਰੀ ਦੀ ਗੱਲ ਆਉਂਦੀ ਹੈ, ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹ ਕੇਂਦਰ ਸਰਕਾਰ ਦੇ ਅੱਗੇ ਗੁੱਡ ਟੇਕ ਦਿੰਦੀਆਂ ਨੇ। ਸਵਾਲ ਕਰਨਾ ਤੁਹਾਡਾ ਫਰਜ਼ ਹੈ। ਜੇ ਵੋਟ ਪਾਉਂਦੇ ਹੋ, ਸਵਾਲ ਵੀ ਕਰੋ ਵੀ ਕੱਲ ਨੂੰ ਜੇ ਵੋਟ ਪਾਉਂਦੇ ਹੋ, ਪੁੱਛੋ ਜਾ ਕੇ ਵੀ ਸਾਡੇ ਹੱਕ ਤਾਂ ਨਹੀਂ ਵੇਚ ਦੋਗੇ ਕੇਂਦਰ ਸਰਕਾਰ ਨੂੰ, ਸਾਡੀ ਖੁਦ ਮੁਖਤਿਆਰੀ ਦਾ ਏਜੰਡਾ ਕਿੱਥੇ ਹੈ, ਅਨੰਦਪੁਰ ਸਾਹਿਬ ਦਾ ਮਤਾ ਕਿੱਥੇ ਹੈ। ਫਰਜ਼ ਤੁਹਾਡਾ ਪੁੱਛਣਾ, ਸਵਾਲ ਕਰਿਆ ਕਰੋ। ਜੇ ਵੋਟ ਮੰਗਣ ਆਉਂਦੇ ਨੇ, ਤੁਸੀਂ ਪੁੱਛ ਵੀ ਸਕਦੇ ਹੋ। ਜਦ ਤੱਕ ਪੰਜਾਬ ਨੂੰ ਖੇਤਰੀ ਪਾਰਟੀ ਨਹੀਂ ਮਿਲਦੀ, ਤਾਂ ਤਦ ਤੱਕ ਪੰਜਾਬ ਦਾ ਭਲਾ ਜਾਂ ਖੁਦ ਮੁਖਤਿਆਰੀ ਨਹੀਂ ਹੋ ਸਕਦੀ। ਇਹ ਲੋਕਾਂ ਨੂੰ ਸੋਚਣ ਦੀ ਲੋੜ ਹੈ। ਸਿਰਫ ਸਾਡੇ ਕੋਲ 2 ਚੀਜ਼ਾਂ ਰਹਿ ਗਈਆਂ ਨੇ, ਪੈਟਰੋਲ ਉੱਤੇ ਸਾਨੂੰ ਜਿਹੜਾ ਟੈਕਸ ਆ ਉਹ ਮਿਲਦਾ ਹੈ, GST ਜਾਂ ਸ਼ਰਾਬ ਉੱਤੇ ਟੈਕਸ ਮਿਲਦਾ ਹੈ। ਬਾਕੀ ਜਿੰਨੇ ਵੀ ਟੈਕਸ ਹੈਗੇ ਨੇ ਉਹ ਠੂਠਾ ਲੈ ਕੇ ਕੇਂਦਰ ਸਰਕਾਰ ਕੋਲ ਜਾਣਾ ਪੈਂਦਾ ਹੈ ਸਿਆਸੀ ਪਾਰਟੀਆਂ ਨੂੰ, ਪੰਜਾਬ ਦੀ ਸਿਆਸੀ ਪਾਰਟੀਆਂ ਨੂੰ, ਵੀ ਸਾਨੂੰ ਸਾਡਾ ਟੈਕਸ ਦਿਓ। ਸੋਚਣਾ ਤੁਸੀਂ ਹੈ, ਵਿਚਾਰਨਾ ਤੁਸੀਂ ਹੈ। ਤੁਹਾਡੇ ਹੱਥ ਵੋਟ ਆ, ਪਾਵਰ ਤੁਹਾਡੇ ਹੱਥ ਹੈਗੀ ਆ। ਬਸ ਸੋਚ ਸਮਝ ਕੇ ਲੀਡਰ ਚੁਣੋ, ਸੋਚ ਸਮਝ ਕੇ ਵੋਟ ਪਾਇਓ ਜੀ।